देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। देखो ਉਹ ਤਾਂ ਹੁਣ ਕੁਝ ਕਹੀ ਜਾਣ 2.5 ਸਾਲ ਆਪ ਉਸ ਕੈਬਨਿਟ 'ਚ ਬਹਿੰਦੇ ਸੀ। ਉਸ ਇਹ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹੁੰਦੀਆਂ। ਜਦੋਂ ਉਹ ਕੈਬਨਿਟ ਮੰਤਰੀ ਸੀਗੇ ਉਸ ਵੇਲੇ ਉਹਨਾਂ ਨੂੰ ਕੈਬਨਿਟ 'ਚ ਬਹਿ ਕੇ ਇਹ ਗੱਲਾਂ ਕਰਨੀਆਂ ਚਾਹੀਦੀਆਂ ਸੀ। ਪਹਿਲਾਂ ਸਭ ਤੋਂ ਪਹਿਲਾਂ ਆਹ ਗੱਲ ਕਰੋ ਤਾਂ ਅਸੀਂ ਕਰਾਂਗੇ। ਤੇ ਇਸ ਕਰਕੇ ਬਾਅਦ 'ਚ ਸਾਰੀਆਂ ਚੀਜ਼ਾਂ ਦੇ ਆਨੰਦ ਲੈ ਕੇ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ, ਪਹਿਲਾਂ ਬੀਜੇਪੀ 'ਚ ਮਿਨਿਸਟਰੀਆਂ ਦੇ ਆਨੰਦ ਲੈ ਲਏ, ਹੁਣ ਕਾਂਗਰਸ 'ਚ ਆਨੰਦ ਲੈ ਲਏ, ਹੁਣ ਤੀਜੀ ਜਗ੍ਹਾ ਲੱਭਦੇ ਆ ਵੀ ਆ ਕੇ ਅਗਲੇ ਆਨੰਦ ਕਿੱਥੇ ਲੈਣੇ। ਇਸ ਕਰਕੇ ਮੈਂ ਕੋਈ ਬੜਾ ਸੀਰੀਅਸ ਨਹੀਂ ਲੈਂਦਾ ਇਸ ਗੱਲ ਨੂੰ। ਤੁਹਾਨੂੰ ਕੀ ਲੱਗਦਾ ਕਿ ਹੁਣ ਨਵਜੋਤ ਸਿੰਘ ਸਿੱਧੂ ਕਾਂਗਰਸ ਤੋਂ ਬਾਅਦ ਹੁਣ ਤੀਜੀ ਜਗ੍ਹਾ ਜਾਣ ਨੂੰ ਤਿਆਰੀ ਕੀਤੀ ਬੈਠੇ ਨੇ? ਪੰਜਾਬ ਦੀ ਰਾਜਨੀਤੀ ਇੱਕ ਵਾਰ ਫਿਰ ਬੇਅਦਬੀ ਮਾਮਲੇ ਅਤੇ ਬਹਿਬਲ ਕਲਾਂ ਗੋਲੀकांड ਨੂੰ ਲੈ ਕੇ ਸਿਆਸਤ ਪੱਕੀ ਹੋਈ ਹੈ ਤੇ ਲਗਾਤਾਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਬਿਆਨ ਸਾਹਮਣੇ ਆ ਰਹੇ ਨੇ ਤੇ ਪੰਜਾਬ ਸਰਕਾਰ ਨੂੰ ਕਿਤੇ ਨਾ ਕਿਤੇ ਘੇਰਦੇ ਹੋਏ ਨਜ਼ਰ ਆ ਰਹੇ ਨੇ, ਕਿਉਂਕਿ ਜੋ ਇਸ ਮਾਮਲੇ ਨੂੰ ਲੈ ਕੇ ਸਿੱਟ ਬਣੀ ਸੀਗੀ ਉਸ ਨੂੰ ਹਾਈ ਕੋਰਟ ਵੱਲੋਂ ਮਾਨਯੋਗ ਹਾਈ ਕੋਰਟ ਵੱਲੋਂ ਖਾਰਿਜ ਕਰ ਦਿੱਤਾ ਗਿਆ ਤੇ ਨਵੀਂ ਸਿੱਟ ਬਣਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ ਤੇ ਉਸ ਨਵੀਂ ਬਣੀ ਸਿੱਟ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ। ਇਸ ਸਾਰੇ ਮਸਲੇ ਤੋਂ ਬਾਅਦ ਵਿਰੋਧੀ ਪਾਰਟੀਆਂ ਲਗਾਤਾਰ ਸਰਕਾਰ ਨੂੰ ਘੇਰਦੀਆਂ ਨਜ਼ਰ ਆ ਰਹੀਆਂ ਨੇ ਤੇ ਕੁਝ ਸਰਕਾਰ ਦੇ ਨੁਮਾਇੰਦੇ ਵੀ ਇਸ ਮਾਮਲੇ ਨੂੰ ਲੈ ਕੇ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਚੱਕਦੇ ਨਜ਼ਰ ਆ ਰਹੇ ਨੇ। ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਜੀ। ਲਗਾਤਾਰ ਬਹਿਬਲ ਕਲਾਂ ਗੋਲੀकांड ਨੂੰ ਲੈ ਕੇ ਪੰਜਾਬ ਦੀ ਸਿਆਸਤ ਪੱਕੀ ਹੋਈ ਹੈ ਤੇ ਸਰਕਾਰ ਸਿੱਧੀ ਤਰ੍ਹਾਂ ਕਟਾਰੇ ਦੇ ਵਿੱਚ ਖੜੀ ਨਜ਼ਰ ਆ ਰਹੀ ਹੈ। ਵਿਰੋਧੀ ਪਾਰਟੀਆਂ ਸਰਕਾਰ ਦਾ ਅਸਤੀਫਾ ਤੱਕ ਮੰਗ ਰਹੀਆਂ ਵੇ। ਕਿਸ ਤਰ੍ਹਾਂ ਦੇ ਦਿਓ ਜੋ ਸਿੱਟ ਭੰਗ ਕੀਤੀ ਗਈ ਹੈ ਮਾਨਯੋਗ ਹਾਈ ਕੋਰਟ ਵੱਲੋਂ? ਅਸੀਂ ਕਿਸੇ ਤੇ ਸਵਾਲ ਨਹੀਂ ਚੱਕਦੇ, ਅਸੀਂ ਤਾਂ ਆਪਣੇ ਆਪ ਤੇ ਚੱਕ ਰਹੇ ਹਾਂ, ਕਿਉਂਕਿ ਸਰਕਾਰ ਸਾਡੀ, ਜ਼ਿੰਮੇਵਾਰੀ ਸਾਡੀ, ਮੈਨੀਫੈਸਟੋ ਸਾਡਾ, ਲੋਕਾਂ ਨੂੰ ਅਸੀਂ ਕਹਿ ਕੇ ਅਸੀਂ ਆਏ। ਜਦੋਂ ਇੱਥੇ ਧਰਨਾ ਲੱਗਿਆ ਤਦ ਅਸੀਂ ਉਹਨਾਂ ਨੂੰ ਚੁਕਾ ਕੇ ਧਰਨਾ ਕਹਿ ਕੇ ਆਏ ਵੀ ਸਜ਼ਾ ਦਿੱਤੀ। ਇਸ ਕਰਕੇ ਅਸੀਂ ਤਾਂ ਸਵਾਲ ਆਪਣੇ ਆਪ ਨੂੰ ਕਰ ਰਹੇ ਹਾਂ ਵੀ ਅਸੀਂ ਕਿਸ ਤਰੀਕੇ ਨਾਲ, ਜਦੋਂ 5 ਸਾਲ ਦਾ ਸਮਾਂ ਹੁੰਦਾ, ਇੱਕ ਦਿਨ ਘੱਟ ਨਹੀਂ ਇੱਕ ਦਿਨ ਵੱਧ ਨਹੀਂ, ਲੋਕ ਜਿਹੜੀ ਵੀ ਸਰਕਾਰ ਚੁਣਦੇ ਆ ਉਹਨੂੰ 5 ਸਾਲ ਦਾ ਸਮਾਂ ਦਿੰਦੇ ਆ, ਉਹਦੇ ਵਿੱਚ ਜਿਹੜਾ ਕੁਝ ਕਰਨਾ ਹੁੰਦਾ ਉਹ ਟਾਈਮ 'ਚ ਕਰਨਾ ਹੁੰਦਾ। ਸਾਡੇ ਰਹਿ ਗਏ ਮਹੀਨੇ 8। ਉਸ ਕਰਕੇ ਅਸੀਂ ਇਹ ਬਾਰ-ਬਾਰ ਗੱਲ ਕਰ ਰਹੇ ਹਾਂ, ਸਾਰੇ ਕਰ ਰਹੇ ਹਾਂ ਵੀ ਜਦੋਂ ਪਹਿਲਾਂ ਨਹੀਂ ਇਹ ਗੱਲਾਂ ਓਪਨ ਕਿਉਂ ਕਰ ਰਹੇ ਹਾਂ, ਕਿਉਂ ਹੋਈਆਂ? ਕਿਉਂਕਿ ਜਦੋਂ ਕੋਰਟ ਦੇ ਵਿੱਚ ਜਿਹੜੀ ਐਡੀ ਵੱਡੀ ਤਿਆਰੀ ਅਸੀਂ ਕਰਦੇ ਆ ਰਹੇ ਸੀ, SITਆਂ ਬਣੀਆਂ, ਚਾਹੇ ਇਹ SIT, ਉਹਦਾ ਜਿਹੜਾ ਫੈਸਲਾ ਹੈ ਉਹ ਤੁਹਾਡੇ ਮੂਹਰੇ ਆ ਗਿਆ ਵੀ ਇਹ ਤਾਂ ਜੀ SIT ਜਿਹੜੀ ਹੈ ਇਹਦੀ ਸਾਰੀ ਰਿਪੋਰਟ ਵੀ ਬੇਕਾਰ ਆ ਜੀ। ਇਹਦੀ ਜਿਹੜਾ ਮੈਂਬਰ ਨੇ ਇਹਦੇ ਵਿਜੇ ਕੁੰਵਰ ਪ੍ਰਤਾਪ, ਉਹਨਾਂ ਨੂੰ ਵੀ ਹਟਾ ਦਿੱਤਾ ਜਾਏ, ਨਵੀਂ ਸਿੱਟ ਬਣਾਏ। ਮੈਂ ਇਹ ਨਹੀਂ ਕਹਿਣਾ ਚਾਹੁੰਦਾ, ਮੈਂ ਪਹਿਲਾਂ ਤਾਂ ਮੈਨੂੰ, ਕਿਉਂਕਿ ਹਜੇ ਪੂਰੀ ਤਾਂ ਕੱਲ੍ਹ ਨੂੰ ਸ਼ਾਇਦ ਆਏਗੀ, ਪਹਿਲੀ ਗੱਲ ਤਾਂ ਮੈਨੂੰ ਸਮਝ ਨਹੀਂ, ਪਤਾ ਨਹੀਂ ਸਾਡਾ DGP ਇਹ ਮੰਨਿਆ ਹੈ ਵੀ ਇਹ ਨਵੀਂ ਸਿੱਟ ਅਸੀਂ ਬਣਾ ਲੈਂਦੇ ਹਾਂ। ਕਾਹਦੇ ਲਈ, ਕਿਉਂ ਮੰਨਣਾ ਜੀ? ਕੋਰਟ ਤੋਂ ਉੱਤੇ ਕੁਛ ਨਹੀਂ ਗਾ, ਕਿਉਂ ਮੰਨੇ? ਤੇ ਪਹਿਲਾਂ ਨਹੀਂ ਤੁਹਾਨੂੰ ਪਤਾ ਸੀ ਵੀ ਪਹਿਲਾਂ SIT ਦੇ ਵਿੱਚ ਪਹਿਲਾਂ ਜੇ ਕੋਰਟ ਇਹਨਾਂ ਤੇ ਕਿੰਤੂ ਪਰੰਤੂ ਕੋਈ ਕਰ ਸਕਦਾ ਸੀ, ਜੇ ਅਫਸਰ ਇਹ ਠੀਕ ਨਹੀਂ ਸੀ ਕੋਰਟ ਦੇ ਮੁਤਾਬਕ, ਤੇ ਫਿਰ ਤੁਸੀਂ ਪਹਿਲਾਂ ਹੀ SIT ਕੋਈ ਐਸੀ ਬਣਾਉਣੀ ਸੀ ਜਿਹਦੇ ਉੱਤੇ ਕੋਰਟ ਨੂੰ ਕੋਈ ਸ਼ੱਕ ਨਾ ਹੁੰਦਾ ਜਾਂ ਕੋਈ ਵੀ ਉਹ ਤੇ ਕਿੰਤੂ ਪਰੰਤੂ ਕਰ ਨਾ ਸਕਦਾ। ਤੁਸੀਂ ਪਹਿਲਾਂ ਇਹ ਕਿਉਂ ਨਾ ਗੱਲ ਕੀਤੀ ਬਈ? ਫਿਰ ਕਾਹਦੇ DGP ਹੋ ਤੁਸੀਂ? ਕਿਸ ਚੀਜ਼ ਦਾ ਤੁਸੀਂ ਹੈੱਡ ਕਰਦੇ ਹੋ ਕਿਸੇ ਆਰਗੇਨਾਈਜੇਸ਼ਨ ਨੂੰ? ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਕਿਸ ਤਰੀਕੇ ਦਾ ਅਫਸਰ ਲਾਉਣਾ, ਕਿਸ ਤਰੀਕੇ ਦਾ ਅੱਗਿਓਂ ਆ ਜਿਹੜਾ ਰਿਕਾਰਡ ਆ, ਰੈਕਡ ਆ ਜਿਹੜਾ, ਉਹ ਕਿਹਾ ਜਾਏ। ਤੇ ਇਸ ਕਰਕੇ ਉਹ 'ਚ ਅਸੀਂ ਜਿਹੜਾ 3 ਸਾਲ ਅਸੀਂ ਇਕੱਲਾ ਤਿਣਕਾ ਕਰਕੇ ਜਿਵੇਂ ਘਰ ਬਣਾਇਆ ਹੁੰਦਾ ਨਾ, ਉਹ ਘਰ ਬਣਾਇਆ ਸੀ। ਉਸ ਗੁਰੂ ਮਹਾਰਾਜ ਦੀ ਬੇਅਦਬੀ ਜਿਹੜੀ ਹੋਈ ਆ ਉਹਨੂੰ ਅਸੀਂ ਜੋੜ ਦੁਬਾਰਾ ਉਹ ਬੇਅਦਬੀ ਦਾ ਬਦਲਾ ਹਿਸਾਬ ਲੈਣ ਲਈ, ਇਦੋਂ ਬੜੀ ਸਾਡੇ ਲਈ ਗੱਲ ਹੋ ਸਕਦੀ ਹੈ ਕੋਈ ਪੰਜਾਬ ਦੇ ਵਿੱਚ ਸਾਡੇ ਗੁਰੂ ਦੀ ਬੇਅਦਬੀ ਹੋ ਜੇ ਤੇ ਉਹਨਾਂ ਨੂੰ ਸਜ਼ਾ ਦਿਵਾਉਣ ਲਈ ਅਸੀਂ ਤਿਣਕਾ ਇਕੱਠਾ ਕੀਤਾ ਸੀ ਤਾਂ ਉਹ ਇੱਕ ਦਿਨ 'ਚ ਉੱਡ ਜਾਵੇ, ਇੱਕ ਦਿਨ 'ਚ ਖੰਡਾਇਆ ਜਾਵੇ, ਕਿਵੇਂ ਬਰਦਾਸ਼ਤ ਕਰ ਲਈਏ ਫਿਰ? ਤੇ ਇਸ ਕਰਕੇ ਅਫਸਰਾਂ ਦੀ ਗੱਲ ਮੈਂ ਤਾਂ ਕਰਦਾ, ਇਹ ਅਫਸਰਾਂ ਨੇ ਤਾਂ ਫਾਈਲ ਚੱਕ ਕੇ ਅਗਲੀ ਸਰਕਾਰ 'ਚ ਉੱਡ ਜਾਣਾ ਹੁੰਦਾ, ਇਹਨਾਂ ਨੇ ਤਾਂ ਉੱਥੇ ਹੀ ਰਹਿਣਾ। ਇਸ ਕਰਕੇ ਜ਼ਿੰਮੇਵਾਰੀ ਫਿਕਸ ਕਰਨੀ ਚਾਹੀਦੀ ਹੈ ਇਹਨਾਂ ਦੀ। ਕਿਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਸਾਡੇ ਜਿਹੜੇ ਦਿਨ ਰਾਤ ਇਸ ਗੱਲ ਦਾ ਵਾਅਦਾ ਕਰਕੇ ਆਏ ਸੀ, ਅੱਜ ਇਹ ਅਫਸਰਾਂ ਨੂੰ, ਸਭ ਨੂੰ, ਜਿਨ੍ਹਾਂ ਦੀ ਕੋਤਾਹੀ ਰਹੀ ਆ, ਜਿਨ੍ਹਾਂ ਦੀ ਕਮੀ ਰਹੀ ਆ, ਉਹਨਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਨੂੰ ਕਲੀਨ ਚਿੱਟ ਨਹੀਂ ਦੇਣੀ। ਕਲੀਨ ਚਿੱਟ ਤਾਂ ਚਲੋ ਜਦ ਮਰਜ਼ੀ ਦੇ ਲਿਓ, ਪਰ ਇਹਨਾਂ ਤੋਂ ਇਹ ਗਮ ਹੋਇਆ ਕਿਵੇਂ? ਕਿਉਂ ਇਹ ਕੋਰਟ ਦੇ ਵਿੱਚ ਜਿਹੜੀ ਚੰਗੀ ਤਰ੍ਹਾਂ ਇਸ ਚੀਜ਼ ਨੂੰ ਪੇਸ਼ ਨਹੀਂ ਕਰ ਸਕੇ? ਕਿਉਂ ਇਹ ਮਾਣਯੋਗ ਹਾਈ ਕੋਰਟ ਨੇ ਇਹ ਇੰਨੀਆਂ ਗੱਲਾਂ ਜਿਹੜੀਆਂ ਕਹੀਆਂ, ਕਿਉਂ ਕਹੀਆਂ? ਅੱਜ ਤੱਕ ਜਿੰਨੇ ਵੀ ਜੱਜ ਨੇ, ਜਿਹੜੇ ਰਿਟਾਇਰਡ ਜੱਜ ਨੇ, ਚਾਹੇ ਜਸਟਿਸ ਰਣਜੀਤ ਸਿੰਘ ਹੋਣਾ ਨਹੀਂ, ਮੈਂ ਕੱਲ੍ਹ ਉਹਨਾਂ ਦੀ ਗੱਲ ਇੰਟਰਵਿਊ ਸੁਣ ਰਿਹਾ ਸੀ ਤੁਹਾਡੇ ਚੈਨਲਾਂ 'ਤੇ, ਉਹ ਕਹਿੰਦੇ ਇਹੋ ਜਿਹਾ ਫੈਸਲਾ ਕਦੇ ਆਇਆ ਹੀ ਨਹੀਂ। ਰੇਅਰ ਆ ਜਿਹੜਾ
ਇਹੋ ਜਿਹਾ ਕੰਮ ਜਿਹੜਾ ਕਿਤੇ ਬਈ ਇਹ ਕਹਿ ਦੇਣ ਵੀ ਇਹ ਸਾਰੀਓ ਖਾਰਜ ਤੇ ਸਾਰੀਓ ਜਿਹੜੀ ਹੈ SIT ਹੈ ਇਹ ਨਵੇਂ ਤਰੀਕੇ ਨਾਲ ਬਣਾਓ। ਤੇ ਹੁਣ ਸਾਡੇ ਕੋਲ ਰਹਿ ਗਏ ਮਹੀਨੇ 8, ਹੋਰ ਕੀ ਕਰੀਏ? ਹੁਣ ਰੌਲਾ ਨਾ ਪਾਈਏ ਤਾਂ ਹੋਰ ਕੀ ਕਹੀਏ, ਕਿਉਂਕਿ ਕੱਲ ਨੂੰ ਲੋਕ ਸਾਨੂੰ ਇਦੋਂ ਬਾਅਦ ਲੋਕ ਕੱਲੀ ਕੱਲੀ ਗੱਲ ਅੱਜ ਕੱਲ੍ਹ ਸਮਝਦੇ ਆ, ਜਾਣਦੇ ਆ। ਉਹ ਅਸੀਂ ਇਹ ਧੱਬਾ ਨਹੀਂ ਲਵਾ ਸਕਦੇ। ਜਿਹੜੇ ਗੁਰੂ ਦੇ ਦੋਖੀ ਨੇ, ਜਿਨ੍ਹਾਂ ਨੇ ਬੇਅਦਬੀ ਕੀਤੀ, ਅਸੀਂ ਲੋਕਾਂ ਤੋਂ ਇਹ ਨਹੀਂ ਕਹਾ ਸਕਦੇ ਵੀ ਅਸੀਂ ਰਲੇ ਹੋਏ ਹਾਂ, ਅਸੀਂ ਉਹਨਾਂ ਦੇ ਨਾਲ ਹਾਂ। ਕਿਉਂ ਕਹਾਈਏ ਜੀ, ਕਿਉਂ ਕਹਾਈਏ ਦੱਸੋ? ਜਦੋਂ ਅਸੀਂ ਇੱਕ ਕਿਣਕਾ ਭਰ ਵੀ, ਰੱਤੀ ਭਰ ਵੀ ਸਾਡੇ 'ਚ ਕਸੂਰ ਨਹੀਂਗਾ, ਤੇ ਉਹਨਾਂ ਦੀ ਕੀਤੀ ਕਰਾਈ ਅਸੀਂ ਕਿਉਂ ਆਪਣੇ ਤੇ ਮੜੀਏ ਜੀ? ਅਸੀਂ ਤਾਂ ਇਸ ਕਰਕੇ ਰੌਲਾ ਪਾਵਾਂਗੇ। ਜੇ ਨਹੀਂ ਪਾਵਾਂਗੇ ਤੇ ਉਸ ਗੁਰੂ ਦੀ ਕਚਹਿਰੀ 'ਚ ਫਿਰ ਅਸੀਂ ਵੀ ਉਨੇ ਹੀ, ਮੈਂ ਸਮਝਦਾ ਉਨੇ ਹੀ ਦੋਸ਼ੀ ਹੋਵਾਂਗੇ ਜਿੰਨੇ ਬਾਦਲ ਨੇ। ਇਸ ਕਰਕੇ ਇਹ ਹੋਰ 100 ਚੀਜ਼ਾਂ ਹੁੰਦੀਆਂ ਰਹਿਣ, ਬੱਸਾਂ ਚੱਲਦੀਆਂ ਰਹਿਣ, ਰੇਤਾ ਚੱਲਦਾ ਰਹੇ, ਉਹ ਗੱਲਾਂ ਛੋਟੀਆਂ ਨੇ। ਪਰ ਦੋ ਗੱਲਾਂ ਨਸ਼ੇ ਦੇ ਉੱਤੇ ਤੇ ਗੁਰੂ ਦੇ ਉੱਤੇ, ਜਿਹੜੀਆਂ ਸਾਡੀਆਂ ਪੀੜ੍ਹੀਆਂ, ਉਹ ਤੇ ਇੱਕ ਨਸ਼ੇ ਤੇ ਬਹੁਤ ਵਧੀਆ ਕੰਮ ਹੋਇਆ, ਮੈਂ ਵੀ ਝੂਠ ਨਹੀਂ ਬੋਲਦਾ। SIT STF ਬਣੀ, ਬਹੁਤ ਕੁਛ ਹੋਇਆ ਉਹਦੇ ਵਿੱਚ। ਇਹ ਆਰੋਪ ਲਾਉਣਾ ਤਾਂ ਬੜਾ ਸੌਖਾ ਹੁੰਦਾ, ਠੀਕ ਆ, ਉਹ ਪਾਈਪਲਾਈਨ ਹੀ ਉਹ ਐਡੀ ਬੜੀ ਆ, ਆਲੇ ਦੁਆਲੇ ਸੂਬੇ, ਆਲੇ ਦੁਆਲੇ ਦੇਸ਼ ਨੇ। ਪਰ ਗੁਰੂ ਮਹਾਰਾਜ ਜੀ ਵਾਲੇ ਦੇ ਕੰਮ ਦੇ ਵਿੱਚ ਤਾਂ ਸਾਰਾ ਚੀਜ਼ਾਂ ਛੱਡ ਕੇ ਯਾਰ ਪਲ ਜਿਹੜਾ ਇਹ ਸਾਡਾ ਕਣ ਜਿਹੜਾ ਹੈ ਉਹ ਸਾਡਾ ਉਹਨਾਂ ਦੇ ਵਾਸਤੇ ਲੱਗਿਆ ਹੋਣਾ ਚਾਹੀਦਾ ਸੀ। ਨਿਕਲ ਕਿਵੇਂ ਜਾਣ? ਤੁਸੀਂ ਖੁਦ ਵੀ ਮੰਨਦੇ ਹੋ ਕਿ ਕਿਤੇ ਨਾ ਕਿਤੇ ਕਮੀ ਜ਼ਰੂਰ ਰਹੀ ਹੈ, ਤਾਂ ਹੀ ਮਾਨਯੋਗ ਹਾਈ ਕੋਰਟ ਵੱਲੋਂ ਇਸ ਤਰ੍ਹਾਂ ਦਾ ਫੈਸਲਾ ਲਿੱਤਾ ਗਿਆ। ਜੋ LOP ਨੇ ਪੰਜਾਬ ਵਿਧਾਨ ਸਭਾ ਦੇ ਵਿੱਚ, ਉਹ ਹਰਪਾਲ ਚੀਮਾ, ਉਹਨਾਂ ਨੇ ਵੀ ਕਿਹਾ ਕਿ ਇਸ ਮਸਲੇ ਨੂੰ ਲੈ ਕੇ ਸਰਕਾਰ ਦੀ ਵੱਡੀ ਕਮੀਆਂ ਰਹੀਆਂ ਨੇ ਤੇ ਜਿਹੜੇ ਐਡਵੋਕੇਟ ਜਨਰਲ ਦਾ ਆਫਿਸ ਆ ਉਹ ਸਿੱਧਾ ਦੋਸ਼ੀ ਆ ਇਸ ਮਾਮਲੇ ਨੂੰ ਲੈ ਕੇ। ਤੇ ਚੀਮਾ ਸਾਹਿਬ, ਮੈਂ ਤਾਂ ਆਪ ਦੀ ਗੱਲ ਕਰਨਾ ਹੈ ਬਈ ਉਹਦੇ ਵਿੱਚ ਹੁਣ ਇਕੱਲੇ ਮੁੱਖ ਮੰਤਰੀ ਸਾਹਿਬ ਨੇ ਆਪ ਤਾਂ ਜਿਹੜਾ ਕੇਸ ਜਾ ਕੇ ਉਹ ਕੋਰਟ 'ਚ ਲੜਨਾ ਨਹੀਂ, ਆਪ ਤਾਂ ਉਹਨਾਂ ਨੇ ਜਾ ਕੇ ਇਨਵੈਸਟੀਗੇਸ਼ਨ ਨਹੀਂ ਕਰਨੀ, ਉਹ ਤਾਂ ਕਿਸੇ ਨੇ ਕਰਨੀ ਨਹੀਂ ਸੀ ਨਾ। ਉਹਨਾਂ ਦੇ ਵਿੱਚ ਜਿਹੜੀ ਉਹ ਸਾਫ਼ ਗੱਲ ਤੇ ਕਮੀ ਰਹੀ ਆ, ਉਹ ਕਮੀਆਂ ਨੂੰ ਦੂਰ ਕਰਕੇ ਹੁਣ ਇਹ ਜਿਹੜੇ ਆਪ ਉਹਨਾਂ ਨੂੰ ਇਹ ਜ਼ਿੰਮੇਵਾਰੀ ਚੱਕਣੀ ਪੈਣੀ ਆ, ਉਹਨਾਂ ਤੇ ਜ਼ਿੰਮੇਵਾਰੀ ਆ ਉਹ, ਕਿਉਂਕਿ ਸਾਰੀ ਮੁੱਖ ਮੰਤਰੀ ਆਪ ਨੇ, ਹੈਡ ਉਹ ਕਰ ਰਹੇ ਆ। ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਆ ਜਿਹੜੀ ਇਸ ਵੇਲੇ ਸਾਡੇ ਤੇ ਇਹ ਆ ਵੀ ਅਸੀਂ, ਕਿਉਂਕਿ ਕੜੀ ਨਾਲ ਕੜੀ ਜੁੜਦੀ ਆ, ਕੋਈ ਗੱਲ 'ਚ ਕੋਈ ਲੁਕੀ ਛਿਪੀ ਗੱਲ ਨਹੀਂ ਗੀ। ਜਦੋਂ ਉਹਨਾਂ ਨੇ ਡੇਰੇ ਵਾਲਿਆਂ ਨੂੰ ਮਾਫ ਕੀਤਾ, ਉਦੋਂ ਬਾਅਦ ਡੇਰੇ ਵਾਲਿਆਂ ਨੇ ਪੋਸਟਰ ਲਾਏ, ਗਲੀ 'ਚ ਉਹਨਾਂ ਨੇ ਪੋਸਟਰ ਲਾਏ ਵੀ ਆਹ ਦਿਨ ਅਸੀਂ ਗੁਰੂ ਮਹਾਰਾਜ ਦੀ ਨਾਲ ਬੇਅਦਬੀ ਕਰਾਂਗੇ, ਉਹ ਆਹ ਗੁਰਦੁਆਰੇ 'ਚ ਕਰਾਂਗੇ। ਤੇ ਸਾਰੀਆਂ ਗੱਲਾਂ ਤਾਂ ਕਲੀਅਰ ਨੇ, ਰਾਹ ਕਿੱਥੋਂ ਆ? ਇਹ ਵੀ ਜਿਹੜੇ ਅਫਸਰ ਨੇ ਉਹਨਾਂ ਦੇ, ਜਦੋਂ DGP ਉਹਨਾਂ ਦੇ ਉਸ ਵੇਲੇ ਦੇ ਸਮੇਤ ਸੈਣੀ ਨੂੰ ਸੱਦਿਆ ਗਿਆ, ਉਹਨਾਂ ਨੇ ਕਿਹਾ ਜੀ ਮੈਂ ਤਾਂ ਆਰਡਰ ਦਿੱਤੇ ਆ ਜਿਹੜੇ ਮੈਨੂੰ ਉਸ ਵੇਲੇ ਦੇ ਹੋਮ ਮਿਨਿਸਟਰ ਨੇ ਦਿੱਤੇ ਆ, ਉਸ ਵੇਲੇ ਦੇ ਚੀਫ ਮਿਨਿਸਟਰ ਨੂੰ ਦਿੱਤੇ ਆ। ਜਦ ਹੋਮ ਮਿਨਿਸਟਰ ਨੂੰ ਸੱਦਿਆ ਗਿਆ, ਉਹ ਕਹਿੰਦਾ ਜੀ ਉਸ ਵੇਲੇ ਦੇ DGP ਨੂੰ ਪੁੱਛੋ। ਤੇ ਇਸ ਕਰਕੇ ਦੋਨਾਂ ਨੂੰ ਪੁੱਛੋ ਨਾ, ਆਮਣੇ ਸਾਹਮਣੇ ਬਿਠਾ ਕੇ ਲੋਕਾਂ ਦੀ ਕਚਹਿਰੀ 'ਚ ਪੁੱਛੋ, ਬਿਠਾਓ ਇਹਨਾਂ ਨੂੰ। SIT ਸੱਦੇ, ਜਿਹੜੀ ਜਾਂ ਨਵੀਂ ਜਿਹੜੀ ਵੀ ਬਣਨੀ ਇਹਨਾਂ ਨੂੰ ਬਿਠਾਓ, ਦੋਨਾਂ ਨੂੰ, ਸੁਖਬੀਰ ਬਾਦਲ ਤੇ ਜਿਹੜਾ ਸਮੇਤ ਸੈਣੀ ਆ, ਦੋਨਾਂ ਨੂੰ ਪੁੱਛੋ ਵੀ ਕਿਹਦੇ ਆਰਡਰ ਸੀ, ਦੱਸ ਦੇਣਗੇ, 1 ਮਿੰਟ 'ਚ ਪਤਾ ਲੱਗ ਜਾਊਗਾ। ਆਪਾਂ ਨੂੰ ਕਾਹਦਾ ਡਰ ਆ ਜੀ? ਇਹਨਾਂ ਨੂੰ ਸੱਦ ਕੇ ਇਹਨਾਂ ਦੀ ਵੀਡੀਓ ਕਾਨਫਰੰਸ ਓਪਨ ਹੋਵੇ, ਸਾਰਿਆਂ ਦੇ ਮੂਹਰੇ ਪਤਾ ਲੱਗੇ ਵੀ ਕੀ ਇਹ ਗੱਲ ਕਰਦੇ ਆ, ਕਿਹੜਾ ਲੁਕਾਉਂਦਾ, ਕਿਹੜਾ ਸੱਚ ਬੋਲਦਾ। ਸੱਦੂਗਾ ਕੌਣ ਜੀ? ਜੁਡੀਸ਼ੀਅਲ ਪਾਵਰ ਕਿੰਦੇ ਕੋਲ ਹੈ ਸੱਦਣ ਦੀ? ਕਿਉਂਕਿ ਸਿੱਧੀ ਸਰਕਾਰ ਤੁਹਾਡੀ ਹੈ, ਜ਼ਿੰਮੇਵਾਰੀ ਤੁਹਾਡੀ ਹੈ। ਲੋਕ ਕਹਿੰਦੇ ਨੇ ਕਿ ਫਰੈਂਡਲੀ ਮੈਚ ਚੱਲ ਰਿਹਾ ਵਾ। ਤੇ ਮੈਂ ਤਾਂ ਤੁਹਾਨੂੰ ਆਪ ਹੀ ਇਹ ਕਹੀ ਜਾਂਦਾ ਵੀ ਅਸੀਂ ਕਿਉਂ ਇਲਜ਼ਾਮ ਲਵਾਈਏ ਇਹ ਬਈ ਫਰੈਂਡਲੀ ਮੈਚ ਕਦੇ ਹੋ ਸਕਦਾ? ਕੈਪਟਨ ਅਮਰਿੰਦਰ ਸਿੰਘ ਹੁਣਾਂ ਦੀ, ਜਿਹੜੇ ਆਹੀ ਲੁਧਿਆਣਾ ਸੀ, ਜਦੋਂ ਇੱਥੇ ਆਉਂਦੇ ਸੀ ਤਾਂ ਜਿਹੜੇ ਦੋ ਉਹਨਾਂ ਨੂੰ ਮਿਲ ਜਾਂਦੇ, ਉਹਨਾਂ ਨੂੰ ਵੀ ਕੰਧਾਂ ਟੱਪ ਕੇ ਆਉਣਾ ਪੈਂਦਾ ਸੀਗਾ। ਉਸ ਵੇਲੇ ਆ ਡੈਥ ਹੋ ਗਈ ਹੁਣ, ਉਸ ਵੇਲੇ ਦੇ ਜਿਹੜੇ ਪਹਿਲਾਂ ਸਾਡੇ ਮੇਅਰ ਰਹੇ ਨੇ, ਹੋਰ ਸਾਡੇ ਪੁਰਾਣੇ ਆ ਡਾਵਰ ਸਾਹਿਬ ਹੋਣੀ, ਸਾਰੇ ਆਗੂ ਜਦੋਂ ਜਾਂਦੇ ਸੀ ਉਹ ਵੀ ਪਹੁੰਚਣ ਨਹੀਂ ਦਿੰਦੇ ਸੀ ਉਹਨਾਂ ਕੋਲ। ਤੇ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਦਾ ਸਿਟੀ ਸੈਂਟਰ 'ਚ ਕੇਸ 'ਚ ਜਿਹੜਾ ਕਿ ਆ ਲੁਧਿਆਣਾ ਗੜਗਾਉਂ ਹੁੰਦਾ, ਉਹਦੇ ਵਿੱਚ ਉਹਨਾਂ ਨੇ ਹੋਰ ਹੁਣ ED ਦੇ ਕੇਸ ਆ ਜਿਹੜੇ, ਜਦੋਂ BJP ਦੇ ਨਾਲ ਇਸ ਭਾਈਵਾਲ ਸੀ, ਕੁਛ ਦਿਨਾਂ ਬਾਅਦ ਉਹਨਾਂ ਦੀ ਪੋਤੀ ਦਾ ਵਿਆਹ ਸੀ, ਤੇ ਉਹ ਜਿਹੜਾ 12ਵੀਂ ਕਲਾਸ 'ਚ ਉਹਨਾਂ ਦਾ ਜਿਹੜਾ ਉਹ ਗ੍ਰੈਂਡਸਨ ਆ, ਉਹਦੇ ਉੱਤੇ ED ਦੇ ਇਹਨਾਂ ਨੇ ਕੇਸ ਪਾਏ। ਉਹਨਾਂ ਨਾਲ ਆੜੀ ਕਿੱਥੋਂ ਹੋ ਸਕਦੀ ਆ? ਅਸੀਂ ਤਾਂ ਇਹੀ ਗੱਲ ਕਹਿੰਦੇ ਆ ਵੀ ਕੈਪਟਨ ਅਮਰਿੰਦਰ ਸਿੰਘ ਸਿੱਖਾਂ ਪਿੱਛੇ 84 ਅਸਤੀਫਾ ਦੇ ਕੇ ਆਏ। ਬਾਦਲਾਂ ਨੇ ਜਿੰਨਾ ਪਰੇਸ਼ਾਨ ਕੀਤਾ ਉਹਨਾਂ ਨੂੰ, ਉਹ ਤੁਹਾਡੇ ਮੂਹਰੇ ਆ ਜੋ ਉਹਨਾਂ ਨੇ 10 ਸਾਲ ਕੀਤਾ ਹੈ। ਤੇ ਇਸ ਕਰਕੇ ਉਹ ਗੱਲਾਂ ਅਲੱਗ ਨੇ, ਆਪਾਂ ਕੋਈ ਇਹ ਬਦਲਾ ਨਹੀਂ ਲੈਣਾ ਉਹਨਾਂ ਤੋਂ। ਕੈਪਟਨ ਅਮਰਿੰਦਰ ਸਿੰਘ ਇਸ ਕਰਕੇ ਨਹੀਂ ਉਹਨਾਂ ਨੂੰ ਕਰਨਗੇ ਵੀ ਮੇਰੇ ਨਾਲ ਆ ਕੀਤੀ ਆ ਜਾਂ ਮੇਰੇ ਪਰਿਵਾਰ ਨਾਲ ਕੀਤੀ ਹੈ ਨਾ ਤਾਂ ਕਰਾਂ ਨਾ। ਗੁਰੂ ਤੋਂ ਉੱਤੇ ਤਾਂ ਕੋਈ ਯਾਰ ਚੀਜ਼ ਕਿਸੇ ਲਈ ਹੈ ਹੀ ਨਹੀਂ ਗੀ। ਤੇ ਪੰਜਾਬ ਦੇ ਵਿੱਚ ਜੇ ਬੇਅਦਬੀ ਹੋ ਜਾਏ ਗੁਰੂ ਗ੍ਰੰਥ ਸਾਹਿਬ ਨਾਲ, ਸਾਡਾ ਜੋਣਾ ਕਾਹਦਾ ਏ? ਜੇ ਅਸੀਂ ਉਸ ਬੰਦਿਆਂ ਨੂੰ, ਉਹਨਾਂ ਨੂੰ ਲੋਕਾਂ ਦੀ ਕਚਹਿਰੀ 'ਚ, ਲੋਕਾਂ ਦੇ ਮੂਹਰੇ ਸਾਬਤ ਨਹੀਂ ਕਰਦੇ ਵੀ ਆਹ ਬੰਦੇ ਦੋਸ਼ੀ ਆ, ਕੜੀ ਨਾਲ ਕੜੀ ਜੋੜ ਕੇ। ਮੈਂ ਐਵੇਂ ਨਹੀਂ ਕਹਿੰਦਾ ਵੀ ਉਈਓ ਜਸਟਿਸ ਰਣਜੀਤ ਸਿੰਘ ਨੇ ਕੱਲੀ ਨਾ ਕੱਲੀ ਕੜੀ ਜੋੜਤੀ, ਹੁਣ ਇਹਨਾਂ ਨੇ ਜੋੜਤੀ, ਫਿਰ ਪਹਿਲਾਂ ਖੱਟੜਾ ਸਾਹਿਬ ਦਾ ਜਿਹੜੀ SIT ਉਹਨੇ ਜੋੜਤੀ, ਤੇ ਫਿਰ ਹੁਣ ਰਹਿ ਕੀ ਗਿਆ? ਦੇਖੋ, ਕੁਛ ਮੈਂ ਮੰਨਦਾ,
ਕੁਛ ਤਾਕਤਾਂ ਹੈ ਜਿਹੜੀਆਂ ਕੋਰਟ ਸਭ ਕੁਛ ਆ, ਹਾਈ ਕੋਰਟ ਸਭ ਕੁਛ ਆ, ਪਰ ਕੁਛ ਪਾਵਰਾਂ ਜਿਹੜੀਆਂ ਹੈ ਉਹ ਸਰਕਾਰ ਦੀਆਂ ਵੀ ਹੁੰਦੀਆਂ, ਉਹ ਪੁਲਿਸ ਦੀਆਂ ਵੀ ਹੁੰਦੀਆਂ ਹੈ। ਤੇ ਇਸ ਕਰਕੇ ਉਹ ਪਾਵਰਾਂ ਹੈ ਜਿਹੜੀਆਂ ਜੇ ਆਮ ਇੱਕ ਮੁਸਲਿਮ ਲਈ ਜਿਹੜੀਆਂ ਤਾਕਤਾਂ ਵਰਤਦੇ ਹੋ, ਮਿੰਟ 'ਚ ਚੱਕ ਲਿਆਉਂਦੇ ਹੋ, ਤੇ ਉਹ ਤਾਕਤਾਂ ਬਾਦਲਾਂ ਬਾਰੇ ਕੀ ਹੋ ਜਾਂਦਾ, ਜਾਂ ਜਿਹੜੇ ਨਸ਼ੇ ਦੇ ਸੌਦਾਗਰ ਸੀ ਉਹਨਾਂ ਬਾਰੇ, ਜਿਹੜੇ ਅੱਜ ਜਿਹੜੇ ਈਡੀ ਦੇ ਕੇਸ ਸੀ ਜਿਨ੍ਹਾਂ ਤੇ, ਉਹਨਾਂ ਨੂੰ ਕਿਉਂ ਨਹੀਂ ਫੜਦੇ ਜੀ? ਸੱਦੋ ਤਾਂ 5 ਮਿੰਟ 'ਚ ਨਾ ਇਹਨਾਂ ਦੇ ਮੱਛਰ ਮੱਖੀਆਂ, ਜਦੋਂ ਇੱਕ ਮੁਨਸ਼ੀ ਦੇ ਕਮਰੇ 'ਚ ਥਾਣੇ 'ਚ ਇਨਵੈਸਟੀਗੇਸ਼ਨ ਹੋਏ 5 ਮਿੰਟ 'ਚ ਨਾ ਸਾਰਾ ਕੁਝ ਆਪ ਬੋਲਤਾ ਸੱਚ। ਤੇ ਇਸ ਕਰਕੇ ਇਹ ਦੁੱਖ ਨੇ ਜਿਹੜੇ ਇਹ ਜ਼ਾਹਿਰ ਕੀਤੇ ਆ, ਪਰ ਇਦੋਂ ਵੱਧ ਮੈਂ ਪਾਰਟੀ ਦੇ ਵਿੱਚ ਆ, ਉਦੋਂ ਬਾਅਦ ਕਈ ਗੱਲਾਂ ਹੈ ਜਿਹੜੀਆਂ ਉਹ ਪਹਿਲਾਂ ਵੀ ਨਹੀਂ ਕਹੀਆਂ, ਹੁਣ ਵੀ ਨਹੀਂ ਕਹਿ ਸਕਦੇ, ਪਰ ਇਹ ਗੁਰੂ ਦੇ ਮਾਮਲੇ 'ਚ ਜੇ ਮੈਂ ਸਮਝਦਾ ਨਹੀਂ ਕਵਾਂਗੇ ਤਾਂ ਉਨੇ ਹੀ ਦੋਸ਼ੀ ਅਸੀਂ ਵੀ ਉਸ ਕਚਹਿਰੀ 'ਚ ਗੁਰੂ ਦੀ 'ਚ ਮੰਨੇ ਜਾਵਾਂਗੇ। ਇਹ ਸਾਡੇ ਕੋਲ ਇੱਕ ਟਾਈਮ ਆ, ਇੱਕ ਵਿੰਡੋ 8 ਮਹੀਨੇ ਦੀ, ਜਿਹਦੇ ਵਿੱਚ ਅਸੀਂ ਸਾਰੇ ਸੁਰਖਰੂ ਹੋ ਸਕਦੇ ਹਾਂ। ਸਾਰੇ ਜਿਹੜਾ ਗੁਰੂ ਦਾ ਦੁਨੀਆ ਦੇ ਜਿਹੜਾ ਚਾਹੁਣ ਵਾਲਾ ਕੱਲਾ ਕੱਲਾ ਇੱਕ ਗੁਰੂ ਨੂੰ ਮੰਨਣ ਵਾਲਾ ਹੈ ਜਿਹੜਾ, ਉਹ ਆਸ ਲਾਈ ਬੈਠਾ ਹੈ, ਆਸ ਲਾਈ ਬੈਠਾ ਹੈ ਕੈਪਟਨ ਅਮਰਿੰਦਰ ਸਿੰਘ ਤੇ, ਜਿਹੜਾ ਇੱਕ ਗੁਰੂ ਦਾ ਸਿੱਖ ਆ ਵੀ ਇਹ ਭਾਈ 84 'ਚ ਅਸਤੀਫਾ ਦੇ ਕੇ ਆਇਆ ਸੀ, ਇਹ ਸੱਚਾਈ ਕੱਢੂਗਾ। ਤੇ ਅਸੀਂ ਤਾਂ ਬਾਰ-ਬਾਰ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ। ਦੂਜੀ ਗੱਲ ਮੈਂ ਇਹ ਵੀ ਕਲੀਅਰ ਕਰਦਾ, ਇਹ ਨਹੀਂ ਮੈਂ ਕੋਈ ਵੀ ਵੈਸੇ ਹੀ ਗੱਲਾਂ, ਅਸੀਂ ਤਾਂ ਉਹਨਾਂ ਨਾਲ ਹੀ ਰਹਿਣਾ, ਉਹਨਾਂ ਦੀ ਕਿਸ਼ਤੀ 'ਚ ਰਹਿਣਾ। ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਸਾਡੀ ਕਿਸ਼ਤੀ ਆ ਜਿਹੜੀ ਭਾਈ, ਉਹ ਵੀ ਪਾਰ ਟਾਪੂ ਤੇ ਲੱਗ ਜੇ, ਤੇ ਲੋਕਾਂ ਤੋਂ ਅਸੀਂ ਹਰ ਗੱਲਾਂ ਤੋਂ ਲੋਕ ਸੁਰਖਰੂ ਹੋ ਕੇ ਲੋਕਾਂ ਦੇ ਮੂਹਰੇ ਸੱਚਾਈ ਤੇ ਇਮਾਨਦਾਰੀ ਨਾਲ ਨਿਕਲੀਏ। ਗੱਲ ਇੰਨੀ ਆ, ਹੋਰ ਇਦੋਂ ਵੱਧ ਗੱਲ ਕੁਛ ਨਹੀਂ। ਨਵਜੋਤ ਸਿੰਘ ਸਿੱਧੂ ਵੀ ਲਗਾਤਾਰ ਪ੍ਰੈਸ ਕਾਨਫਰੰਸ ਕਰ ਰਹੇ ਨੇ, ਉਹਨਾਂ ਦਾ ਕਹਿਣਾ ਹੈ ਕਿ ਸਿੱਟ ਦਾ ਮਤਲਬ ਕਲੀਨ ਚਿੱਟ। ਦੇਖੋ ਉਹ ਤਾਂ ਹੁਣ ਕੁਛ ਕਹੀ ਜਾਣ, 2.5 ਸਾਲ ਆਪ ਉਸ ਕੈਬਨਿਟ 'ਚ ਬਹਿੰਦੇ ਸੀ, ਇਹ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹੁੰਦੀਆਂ। ਜਦੋਂ ਉਹ ਕੈਬਨਿਟ ਮੰਤਰੀ ਸੀਗੇ ਉਸ ਵੇਲੇ ਉਹਨਾਂ ਨੂੰ ਕੈਬਨਿਟ 'ਚ ਬਹਿ ਕੇ ਇਹ ਗੱਲਾਂ ਕਰਨੀਆਂ ਚਾਹੀਦੀਆਂ ਸੀ ਵੀ ਭਾਈ ਸਭ ਤੋਂ ਪਹਿਲਾਂ ਆਹ ਗੱਲ ਕਰੋ ਤਾਂ ਅਸੀਂ ਕਰਾਂਗੇ। ਤੇ ਇਸ ਕਰਕੇ ਬਾਅਦ 'ਚ ਸਾਰੀਆਂ ਚੀਜ਼ਾਂ ਦੇ ਆਨੰਦ ਲੈ ਕੇ, ਮੈਂ ਹੁਣ ਕਹਿਣਾ ਨਹੀਂ ਚਾਹੁੰਦਾ, ਪਹਿਲਾਂ ਬੀਜੇਪੀ 'ਚ ਮਿਨਿਸਟਰੀਆਂ ਦੇ ਆਨੰਦ ਲੈ ਲਏ, ਹੁਣ ਕਾਂਗਰਸ 'ਚ ਆਨੰਦ ਲੈ ਲਏ, ਹੁਣ ਤੀਜੀ ਜਗ੍ਹਾ ਲੱਭਦੇ ਆ ਵੀ ਜਾ ਕੇ ਅਗਲੇ ਆਨੰਦ ਕਿੱਥੇ ਲੈਣੇ ਆ। ਇਸ ਕਰਕੇ ਮੈਂ ਕੋਈ ਬੜਾ ਸੀਰੀਅਸ ਨਹੀਂ ਲੈਂਦਾ ਇਸ ਗੱਲ ਨੂੰ। ਤੁਹਾਨੂੰ ਕੀ ਲੱਗਦਾ ਕਿ ਹੁਣ ਨਵਜੋਤ ਸਿੰਘ ਸਿੱਧੂ ਕਾਂਗਰਸ ਤੋਂ ਬਾਅਦ ਹੁਣ ਤੀਜੀ ਜਗ੍ਹਾ ਜਾਣ ਨੂੰ ਤਿਆਰੀ ਕੀਤੀ ਬੈਠੇ ਨੇ? ਦੇਖੋ ਮੈਂ ਇਹ ਗੱਲ ਕੋਈ, ਕਿਉਂਕਿ ਉਹਨਾਂ ਦੀ ਦਿਲ ਦੀ ਤਾਂ ਮੈਂ ਨਹੀਂ ਜਾਣ ਸਕਦਾ, ਪਰ ਆ ਜਿਹੜੀ ਮੀਡੀਆ ਰਾਹੀਂ ਜਿਹੜੇ ਸ਼ੇਰੋ ਸ਼ਾਇਰੀ ਕਈ ਗੱਲਾਂ ਪਤਾ ਲੱਗਦੀਆਂ ਏ, ਉਹ ਤੋਂ ਜ਼ਰੂਰ ਲੱਗਦਾ ਏ ਵੀ ਉਹ ਕਿਉਂਕਿ ਬਾਹਲਾ ਚਿਰ ਕਿਤੇ ਰਹਿ ਵੀ ਨਹੀਂ ਸਕਦੇ। ਤੇ ਲਗਾਤਾਰ ਹੋਰ ਵੀ ਸਵਾਲ ਚੱਕੇ ਜਾ ਰਹੇ ਨੇ ਸਰਕਾਰ ਦੇ ਜਿਹੜੀ ਕਾਰਗੁਜ਼ਾਰੀ ਦੇ ਉੱਤੇ। ਅਕਾਲੀ ਦਲ ਸਿੱਧਾ ਕਹਿ ਰਿਹਾ ਕਿ 2.5 ਸਾਲ ਹੋ ਗਏ ਮੁੱਖ ਮੰਤਰੀ ਸੀਐਮ ਆਫਿਸ ਨਹੀਂ ਗਏ। ਸਰਕਾਰ ਜਿਹੜੇ ਵੱਡੇ ਪ੍ਰੋਜੈਕਟ ਆ 4 ਸਾਲ ਦੇ ਨਵਾਂ ਨਰੋਇਆ ਪੰਜਾਬ ਦੇ ਤਹਿਤ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੀ ਹੈ, 1% ਵੀ ਡਿਵੈਲਪਮੈਂਟ ਪੰਜਾਬ ਦੇ ਵਿੱਚ ਨਹੀਂ ਹੋਈ। ਉਹ ਇੱਕ ਗੱਲ ਤਾਂ ਸਮਝੋ, ਇਹ ਗੱਲ ਮੰਦਭਾਗੀ ਆ ਉਹਨਾਂ ਲਈ ਕਹਿਣੀ। ਕਿਉਂਕਿ ਆ 2 ਸਾਲ ਤੋਂ ਤਾਂ ਕੋਵਿਡ ਚੱਲ ਰਿਹਾ, ਤੇ ਇੱਕ ਮੁੱਖ ਮੰਤਰੀ ਜਿਹਨੂੰ ਪ੍ਰਾਈਮ ਮਿਨਿਸਟਰ ਹਿੰਦੁਸਤਾਨ ਦਾ, ਇਹ ਤਾਂ ਰਿਕਾਰਡ ਤੇ ਕੋਈ, ਮੈਂ ਆਪਣੇ ਕੋਈ ਕਹਿੰਦਾ ਨਹੀਂ, ਇਹਨਾਂ ਦੀ ਸਰਕਾਰ ਮਤਲਬ ਇਹ ਰਹੇ ਆ ਤਾਂ ਹੁਣ ਨਿਕਲ ਕੇ ਆਇਆ, ਤੇ ਉਹ ਮੁੱਖ ਮੰਤਰੀ ਨੂੰ, ਇਹ ਦੇਸ਼ ਦੇ ਮੁੱਖ ਮੰਤਰੀਆਂ ਨੂੰ ਪ੍ਰਾਈਮ ਮਿਨਿਸਟਰ ਕਹਿ ਰਿਹਾ ਵੀ ਜੇ ਸਿੱਖਣਾ ਕੰਮ ਕਰਨਾ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਤੋਂ ਸਿੱਖੋ। ਇਹ ਔਨ ਰਿਕਾਰਡ ਆ, ਪ੍ਰਾਈਮ ਮਿਨਿਸਟਰ ਨੇ ਕਿਹਾ, ਤੇ ਐਡੂ ਵੱਡਾ ਸਰਟੀਫਿਕੇਟ ਕੋਈ ਰਹਿ ਜਾਂਦਾ? ਅਕਾਲੀ ਦਲ ਦਊਗਾ ਜਿਹਨੂੰ ਪ੍ਰਾਈਮ ਮਿਨਿਸਟਰ ਬੀਜੇਪੀ ਦਾ ਮੋਦੀ, ਜਿਨ੍ਹਾਂ ਨੂੰ ਇਹ ਕਹਿ ਰਿਹਾ ਹੋਵੇ ਵੀ ਜੇ ਕਿਸੇ ਨੇ ਕੋਵਿਡ 'ਚ ਘਰੇ ਕੱਲਾ ਰਾਸ਼ਨ ਪਹੁੰਚਾਇਆ, ਕੱਲਾ ਇਲਾਜ ਲਈ ਪ੍ਰਬੰਧ ਕੀਤੇ, ਕੱਲੇ ਲੋਕਾਂ ਦੇ, ਮੈਂ ਸਮਝਦਾ ਕੋਵਿਡ 'ਚ ਕਿੰਨੀਆਂ ਦਿੱਕਤਾਂ ਸੀਗੀਆਂ, ਕਿਸ ਤਰੀਕੇ ਨਾਲ ਲੋਕਾਂ ਨੂੰ ਕੱਢ ਕੇ ਲਿਆਂਦਾ। ਕਿਉਂਕਿ ਤੁਹਾਨੂੰ ਯਾਦ ਹੋਣਾ, ਸਭ ਤੋਂ ਪਹਿਲਾਂ ਜਦੋਂ ਆਪਣੇ ਇੱਕ NRI ਆਏ ਨੇ, ਸਭ ਤੋਂ ਵੱਡਾ ਪੰਜਾਬ ਤੇ ਪ੍ਰੈਸ਼ਰ ਸੀਗਾ। ਉਦੋਂ ਉਸ ਪੰਜਾਬ ਨੂੰ ਕਿਸ ਤਰੀਕੇ ਨਾਲ ਉਹਨਾਂ ਨੇ ਸੰਭਾਲਿਆ, ਤੇ ਉਸ ਵੇਲੇ ਹਜ਼ਾਰਾਂ ਦੀ ਗਿਣਤੀ 'ਚ, ਹਜ਼ਾਰਾਂ ਦੀ ਕਿਉਂ ਲੱਖਾਂ ਦੀ ਗਿਣਤੀ 'ਚ ਤੁਰਿਆ ਜਾ ਰਿਹਾ ਸੀਗਾ ਜਿਹੜਾ ਸਾਡਾ ਮਜ਼ਦੂਰ ਕੰਮ ਕਰਨ ਵਾਲਾ। ਮੈਨੂੰ ਯਾਦ ਆ 350 ਤੋਂ ਉੱਤੇ ਟ੍ਰੇਨਾਂ ਜਿਹੜੀਆਂ ਉਹ ਕੱਲੀਆਂ ਲੁਧਿਆਣਿਓਂ ਗਈਆਂ, ਤੁਸੀਂ ਵੀ ਰੋਜ਼ ਉਹ ਕਵਰ ਕਰਦੇ ਸੀ, ਤੇ ਪੰਜਾਬ ਨੇ ਖਰਚ ਕੀਤਾ। ਤੇ ਮੁੱਖ ਮੰਤਰੀ ਦਾ ਇਸ ਦਿਨਾਂ ਦੇ ਵਿੱਚ ਕੰਮ ਕਰਨਾ, ਇੱਕ ਮੈਂ ਸਮਝਦਾ ਜਿਹਨੂੰ ਪ੍ਰਾਈਮ ਮਿਨਿਸਟਰ ਇਹ ਗੱਲ ਕਵੇ ਉਹਦੇ ਉੱਤੇ ਕੋਈ ਸਵਾਲ ਉਠਾਉਣੇ ਇਸ ਮਾਇਨੇ 'ਚ, ਤਾਂ ਮੈਂ ਸਮਝਦਾ ਉਹ ਕਿਤੇ ਨਾ ਕਿਤੇ ਇੱਕ ਦੂਸ਼ਣਬਾਜ਼ੀ ਤੇ ਸਿਆਸੀਕਰਨ ਰਹਿ ਜਾਂਦਾ। ਇਦੋਂ ਵੱਧ ਮੈਂ ਕੁਛ ਨਹੀਂ ਕਹਿ ਸਕਦਾ ਇਸ ਗੱਲ 'ਚ, ਕਿਉਂਕਿ ਪ੍ਰਧਾਨ ਮੰਤਰੀ ਨੇ ਆਪ ਮੋਹਰ ਆ ਜਿਹੜੀ ਉਹਨਾਂ ਦੇ ਕੰਮਾਂ ਤੇ ਲਾਈ ਆ। ਕਹਿੰਦੇ ਨੇ ਕਿ ਇੱਕ ਵਾਰ ਫਿਰ ਪ੍ਰਸ਼ਾਂਤ ਕਿਸ਼ੋਰ ਨੂੰ ਲਿਆਇਆ ਗਿਆ ਕਿ ਸਰਕਾਰ ਦੀ ਨਈਆ ਪਾਰ ਕਰਵਾਉਣ ਵਾਸਤੇ। ਨਹੀਂ, ਉਹ ਇੱਕ ਗੱਲ 'ਚ ਫਰਕ ਆ, ਪਾਰਟੀ ਦੇ ਨਹੀਂ ਗਏ, ਉਹਨਾਂ ਨੇ ਕੋਈ ਇਲੈਕਸ਼ਨ ਦਾ ਕੰਮ ਨਹੀਂ ਕਰਨਾ। ਉਹ ਤਾਂ ਸਿਰਫ ਜਿਹੜੇ ਆ ਐਡਵਾਈਜ਼ਰ ਜਿਹੜੇ ਲੱਗੇ ਨੇ ਉਹ ਚੀਫ ਮਿਨਿਸਟਰ ਸਾਹਿਬ ਦੇ ਲੱਗੇ ਆ, ਤੇ ਵੀ ਕਿਸ ਤਰੀਕੇ ਨਾਲ ਹੋਰ ਸਟ੍ਰੀਮਲਾਈਨ ਕਰਨਾ ਹੈ, ਕਿਉਂਕਿ ਕੋਵਿਡ ਦਾ ਬੜਾ ਔਖਾ ਕੰਮ ਆ। ਇਹਦੇ ਵਿੱਚ ਆ ਫੇਰ ਦੇਖੋ ਕਿੱਡੀ ਵੱਡੀ ਦੁਬਾਰਾ ਜਿਹੜਾ ਵੱਧ ਗਿਆ, ਉਹਦੇ ਵਿੱਚ ਫਿਰ ਡਿਵੈਲਪਮੈਂਟ ਦੇ ਕੰਮ ਵੀ ਕਿਵੇਂ ਹੋਰ ਚਲਾਉਣੇ ਆ। ਉਹਨਾਂ ਨੇ ਇੱਕ ਸਹਿਯੋਗੀ, ਇੱਕ ਐਡਵਾਈਜ਼ਰ ਆਪਣੇ ਲਾਏ ਨੇ ਵੀ ਕਿਸ ਤਰੀਕੇ ਨਾਲ
ਚੰਗੀ ਤਰ੍ਹਾਂ ਸਰਕਾਰ ਦੇ ਆ ਜਿਹੜੇ ਉਹ ਕੰਮ ਹੋਣ। ਜਿਵੇਂ ਉਹਨਾਂ ਨੇ ਅੱਗੇ ਇਹ ਕਲੀਅਰ ਕੀਤਾ ਹੀ ਆ ਵੀ ਪਾਰਟੀ ਦੇ ਕੋਈ ਟਿਕਟਾਂ ਦੀ ਗੱਲ ਕੀਤੀ ਸੀ ਸਾਰਿਆਂ ਨੇ, ਕਈ ਮੀਡੀਆ ਰਿਪੋਰਟਸ ਆਈਆਂ ਵੀ ਟਿਕਟਾਂ ਉਹ ਵੰਡਣਗੇ। ਉਹਨਾਂ ਨੇ ਕਲੀਅਰ ਕੀਤਾ ਵੀ ਉਹਨਾਂ ਦਾ ਕੋਈ ਟਿਕਟਾਂ 'ਚ ਇੰਟਰਫੇਅਰ ਨਹੀਂ ਰਹੇਗਾ, ਉਹ ਮੇਰਾ ਕੰਮ ਆ, ਪਾਰਟੀ ਦਾ ਕੰਮ ਆ। ਇਸ ਕਰਕੇ ਉਹਨਾਂ ਦਾ ਹਜੇ ਤੱਕ ਜਿਹੜੀ ਜ਼ਿੰਮੇਵਾਰੀ ਆ ਉਹ ਕੋਈ ਕਾਂਗਰਸ ਪਾਰਟੀ ਦੀ ਜ਼ਿੰਮੇਵਾਰੀ ਨਹੀਂ ਗੀ। ਸਰਕਾਰ ਦੇ ਕੰਮਾਂ 'ਚ ਸਰਕਾਰੀ ਕੰਮ ਨੇ ਜਿਹੜੇ ਉਹਨਾਂ ਦੇ ਵਿੱਚ ਉਹਨਾਂ ਦੀ ਇਸ ਵੇਲੇ ਜਿਹੜੀ ਭੂਮਿਕਾ ਹੈ ਆ ਜਿਹੜੇ ਆਉਣ ਵਾਲੇ 8 ਮਹੀਨੇ 'ਚ ਰਹੇਗੀ। ਲਗਾਤਾਰ ਕਿਹਾ ਜਾ ਰਿਹਾ ਕਿ ਵਿਰੋਧੀ ਪ੍ਰਸ਼ਾਂਤ ਕਿਸ਼ੋਰ ਦੀ ਨਿਯੁਕਤੀ ਦੇ ਉੱਤੇ ਸਵਾਲ ਵੱਡੇ ਖੜੇ ਕਰਦੇ ਨਜ਼ਰ ਆ ਰਹੇ ਨੇ ਕਿ 4 ਸਾਲ ਜਿਹੜੇ ਹੈਗੇ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਾਰਗੁਜ਼ਾਰੀ ਨਹੀਂ ਕੀਤੀ ਗਈ। ਇੱਕ ਵਾਰ ਫਿਰ ਪ੍ਰਸ਼ਾਂਤ ਕਿਸ਼ੋਰ ਦੇ ਜੁਮਲਿਆਂ ਦੇ ਸਿਰ ਤੇ ਸਰਕਾਰ ਦੁਆਰਾ ਬਣਾਉਣ ਦੀ ਤਿਆਰੀ ਦੇ ਵਿੱਚ ਨੇ 2022 ਦੇ ਵਿੱਚ ਕਾਂਗਰਸ ਪਾਰਟੀ। ਨਹੀਂ, ਆਪਾਂ ਲੋਕਾਂ ਨੂੰ ਕੀ ਸਮਝਦੇ ਆ ਜਿਹੜੇ ਇਹ ਗੱਲਾਂ ਕਰਦੇ ਆ ਵੀ ਇਹ ਤੁਸੀਂ ਮਤਲਬ ਸਮਝਦੇ ਹੋ ਲੋਕ ਨੇ ਜਿਹੜੇ ਉਹ ਜੁਮਲਿਆਂ ਤੇ ਵੋਟ ਪਾ ਦਿੰਦੇ ਆ। ਮੈਂ ਤਾਂ ਹੈਰਾਨ ਆ ਲੋਕਾਂ ਦੇ ਮੂਹਰੇ ਕੱਲੀ ਕੱਲੀ ਗੱਲ। ਅੱਜ ਕੱਲ੍ਹ ਤਾਂ ਤੁਸੀਂ ਮੀਡੀਆ ਹਰ ਗੱਲ ਜਿਹੜੀ ਕੱਲੀ ਕੱਲੀ ਮੂਹਰੇ ਰੱਖੀ ਜਾਂਦੀ ਆ। ਇੰਨੇ ਚੈਨਲ ਨੇ, ਇੰਨਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਕਿਵੇਂ ਝੂਠ ਬੋਲ ਕੇ ਜਾਇਆ ਜਾ ਸਕਦਾ? ਇਹ ਤਾਂ ਕੰਪੈਰੀਜ਼ਨ ਹੋਊਗਾ, ਸਾਹਮਣੇ ਰੱਖਿਆ ਜਾਊਗਾ ਵੀ ਆਹ ਕਾਂਗਰਸ ਨੇ ਕੀਤਾ, ਆਹ ਅਕਾਲੀ ਦਲ ਦੀ ਕਾਰਗੁਜ਼ਾਰੀ ਸੀ ਭਾਈ, ਆਹ ਜਿਹੜਾ ਇਹਨਾਂ ਵੇਲੇ ਇੰਨਾ ਨਸ਼ਾ ਵੇਚਦਾ ਸੀ, ਆਹ ਸਾਡੇ ਵੇਲੇ ਜਿਹੜੇ ਹਾਲਾਤ ਸੁਧਰੇ ਨੇ ਆਹ ਨੇ, ਇਹਨਾਂ ਵੇਲੇ ਆਹ ਹੁੰਦਾ ਸੀ, ਸਾਡੇ ਵੇਲੇ ਆਹ ਏ, ਇਹਨਾਂ ਦੇ ਸ਼ਗਨ ਸਕੀਮ ਇੰਨੀ ਸੀ, ਸਾਡੇ ਇੰਨੀ ਆ, ਬੁਢਾਪਾ ਪੈਨਸ਼ਨ ਇਹਨਾਂ ਦੀ ਇੰਨੀ ਸੀ, ਸਾਡੇ ਇੰਨੀ ਆ, ਇਹਨਾਂ ਦੇ ਦਫ਼ਤਰਾਂ ਦੇ ਵਿੱਚ ਕਰਪਸ਼ਨ ਕਿੰਨੀ ਸੀ, ਸਾਡੇ ਕਿੰਨੀ ਆ, ਇਸ ਵੇਲੇ ਸਾਡਾ ਇੰਡਸਟਰੀ ਦੇ ਵਿੱਚ ਸਟੇਟ ਕਿੰਨਵੇਂ ਨੰਬਰ ਤੇ, ਇਹਨਾਂ ਵੇਲੇ ਕਿੰਨੇ ਇਹ ਤਾਂ ਸਾਰੀਆਂ ਗੱਲਾਂ ਜਿਹੜੀਆਂ ਲੋਕਾਂ ਦੇ ਮੂਹਰੇ ਰੱਖਾਂਗੇ ਵੋਟ ਵੇਲੇ। ਬਾਕੀ ਲੋਕਾਂ ਦੀ ਮਰਜ਼ੀ ਆ। ਲੋਕ, ਮੈਂ ਨਹੀਂ ਸਮਝਦਾ ਲੋਕ ਕਿਸੇ ਜੁਮਲਿਆਂ ਤੇ, ਉਹ ਵੀ ਪੰਜਾਬ ਦੇ, ਇਹ ਕਿਤੇ ਕੋਈ ਹੋਰ ਪਿਛੜੀ ਹੋਈ ਸਟੇਟ ਆ ਜਿੱਥੇ ਕੋਈ ਗੱਲ ਪਤਾ ਨਹੀਂ ਲੱਗੂ। ਇੰਨੀ ਕੁ ਪੰਜਾਬ ਆ ਤੇ ਸਾਰਾ ਦੁਨੀਆ ਦੇ ਵਿੱਚ ਪੰਜਾਬੀ ਪਹੁੰਚਿਆ ਹੋਇਆ, ਉਹ ਤਾਂ ਕੱਲਾ ਕੱਲਾ ਨਿਚੋੜ ਕੱਢ ਦੂਗਾ। ਕੱਲਾ ਕੱਲਾ ਵੋਟ ਪਾਉਣ ਲੱਗੇ ਬਹੁਤ, ਮੈਂ ਸਮਝਦਾ ਇਮਤਿਹਾਨ ਦੀ ਘੜੀ ਹੁੰਦੀ ਆ। ਉਸ ਵੇਲੇ ਲੋਕਾਂ ਦਾ ਫਤਵਾ ਲੈਣਾ, ਲੋਕਾਂ ਦਾ ਮੈਂ ਸਮਝਦਾ ਜਿਹੜਾ ਭਰੋਸਾ ਲੈਣਾ, ਜਿੱਤਣਾ, ਉਹ ਬਹੁਤ ਵੱਡੀ ਗੱਲ ਆ। ਤੇ ਹਜੇ ਮੈਂ ਸਮਝਦਾ 8 ਮਹੀਨੇ ਸਾਡੇ ਕੋਲ ਹੈਗੇ ਆ ਤੇ ਸਾਰੀਆਂ ਗੱਲਾਂ ਸਾਹਮਣੇ ਆਉਣਗੀਆਂ। ਤੁਸੀਂ ਹੁਣ ਚਲੋ, ਮੈਂ ਕਦੇ ਲੁਧਿਆਣੇ ਤੇ ਨਹੀਂ ਇਕੱਲਾ ਲਿਆਉਣਾ ਚਾਹੁੰਦਾ, ਪਰ ਤੁਸੀਂ ਦੇਖੋ ਜੇ ਸਮਾਰਟ ਸਿਟੀ ਦੇ ਪ੍ਰੋਜੈਕਟ ਹੁਣ ਉਹ ਹਜ਼ਾਰਾਂ ਕਰੋੜ ਦੇ ਪ੍ਰੋਜੈਕਟ ਨੇ, ਤੇ ਤੁਸੀਂ 8 ਮਹੀਨੇ 'ਚ ਉਦੋਂ ਬਾਅਦ ਤੁਹਾਨੂੰ ਦਿਖਾਵਾਂਗੇ ਵੀ ਕਿਸ ਤਰੀਕੇ ਨਾਲ ਜਿਹੜੇ ਪ੍ਰੋਜੈਕਟ ਹਜੇ ਪੂਰੇ ਚੱਲ ਰਹੇ ਨੇ ਉਹ ਸਮਾਰਟ ਸਿਟੀ 'ਚ ਅਸੀਂ ਕਿੰਨੇ ਕੀਤੇ ਆ, ਕਿੰਨੇ ਅਸੀਂ ਜਿਹੜੇ ਅਰਬਨ ਡਿਵੈਲਪਮੈਂਟ ਦੀ ਮਿਨਿਸਟਰੀ 'ਚੋਂ ਸ਼ਹਿਰ 'ਚ ਹੋਏ ਆ, ਕਿੰਨੇ ਜਿਹੜੇ ਆ ਕਾਰਪੋਰੇਸ਼ਨ ਕੰਮ ਕਰ ਰਹੀ ਹੈ, ਕਿੰਨੀ ਗਲਾਡਾ ਕੰਮ ਕਰ ਰਹੀ ਹੈ, ਇੰਪਰੂਵਮੈਂਟ ਟਰਸਟ ਕੰਮ। ਇਹ ਸਾਰੀਆਂ ਚੀਜ਼ਾਂ ਦਾ ਲੇਖਾ ਜੋਖਾ ਅਸੀਂ ਵੀ ਆਪਣਾ ਜਿਹੜਾ ਹੈ ਉਹ ਕੱਲਾ ਕੱਲਾ ਆਪਣੇ ਸ਼ਹਿਰ ਦਾ ਰੱਖਾਂਗੇ ਵੀ ਇੰਨਾ ਅਸੀਂ ਭਾਈ ਲੁਧਿਆਣੇ 'ਚ ਪਿਛਲੇ 5 ਸਾਲਾਂ 'ਚ ਕਰ ਸਕੇ ਹਾਂ। ਜੇ ਉਹਨਾਂ ਨੇ ਉਦੋਂ ਵੱਧ ਕੀਤਾ ਹੋਊਗਾ ਫਿਰ ਉਹਨਾਂ ਦੀ ਜਿੱਤ ਆ, ਜੇ ਅਸੀਂ ਵੱਧ ਕੀਤਾ ਹੋਊ ਤਾਂ ਸਾਡੀ ਜਿੱਤ ਹੋਊ। 2022 ਇਲੈਕਸ਼ਨਾਂ ਦੇ ਵਿੱਚ ਰਵਨੀਤ ਬਿੱਟੂ ਦੀ ਕੀ ਭੂਮਿਕਾ ਰਹੇਗੀ? ਮੈਂਬਰ ਪਾਰਲੀਮੈਂਟ ਦੇ ਤੌਰ ਤੇ ਪਾਰਟੀ ਦਾ ਪ੍ਰਚਾਰ ਕਰਨਗੇ ਜਾਂ ਸਿੱਧੇ ਜਨਤਾ ਦੇ ਵਿੱਚ ਉਤਰ ਕੇ ਜਿਹੜਾ ਹੈਗਾ ਪਾਰਟੀ ਦਾ ਫੇਸ ਬਣਨ ਜਾ ਰਹੇ ਨੇ? ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਜਾਂ ਲੁਧਿਆਣਾ ਦੇ ਵਿੱਚ ਗੱਲ ਕੀਤੀ ਜਾਵੇ, ਇਹ ਚਰਚਾਵਾਂ ਜ਼ੋਰ ਪਾ ਰਹੀਆਂ ਨੇ ਕਿ 2022 ਦੇ ਵਿੱਚ ਰਵਨੀਤ ਬਿੱਟੂ MLA ਦੇ ਤੌਰ ਤੇ ਆਪਣੇ ਆਪ ਨੂੰ ਅਜਮਾ ਸਕਦੇ ਨੇ। ਦੇਖੋ, ਮੈਂ ਵੀ ਪ੍ਰਮਾਤਮਾ ਤੋਂ ਡਰ ਕੇ ਇਹ ਗੱਲ ਕਰਦਾ ਵੀ ਜੋ ਪਾਰਟੀ ਨੇ ਡਿਊਟੀ ਲਾ ਦੇਣੀ ਆ ਉਹ ਨਿਭਾਉਣੀ ਪੈਣੀ ਆ। ਪਿਛਲੀ ਵਾਰ ਮੈਨੂੰ ਤਾਂ ਯਾਦ ਚੇਤੇ ਨਹੀਂ ਸੀ, ਮੈਨੂੰ ਚੱਕ ਕੇ ਜਲਾਲਾਬਾਦ ਸੁਖਬੀਰ ਸਿੰਘ ਬਾਦਲ ਤੇ ਆਪਣੇ ਭਗਵੰਤ ਮਾਨ ਦੇ ਉਲਟ ਜਲਾਲਾਬਾਦ ਭੇਜਤਾ। ਮੈਂ ਹੱਥ ਜੋੜ ਕੇ ਉੱਥੇ ਚਲਾ ਗਿਆ, ਹਜੇ ਕਿ ਮੈਂ ਦੇਖਿਆ ਵੀ ਨਹੀਂ ਸੀ। ਉਦੋਂ ਬਾਅਦ ਚਲੋ ਹੋਣਾ ਮੌਕਾ ਐਡਾ ਵੱਡਾ ਦੇਤਾ, ਲੀਡਰ ਆਫ ਪਾਰਟੀ ਬਣਾ ਕੇ ਪਾਰਲੀਮੈਂਟ 'ਚ ਪਹਿਲੀ ਸੀਟ ਤੇ ਪ੍ਰਧਾਨ ਮੰਤਰੀ ਦੇ ਮੂਹਰੇ ਬਹਿਣਾ, ਮੈਂ ਕਿਹਾ ਸੁਪਨੇ 'ਚ ਵੀ ਕਦੇ ਨਹੀਂ ਸੋਚਿਆ ਸੀ। ਪਾਰਟੀ ਨੇ ਉੱਥੇ ਬਿਠਾਤਾ। ਤੇ ਇਸ ਕਰਕੇ ਜਿਹੜਾ ਵੀ ਪਾਰਟੀ ਜ਼ਿੰਮੇਵਾਰੀ ਲਾਊਗੀ, ਜਿਵੇਂ ਪਾਰਟੀ ਨੂੰ ਲੱਗੂਗਾ, ਜੋ ਉਹ ਵਿਧਾਨ ਸਭਾ ਦੀ ਇਲੈਕਸ਼ਨ ਲੜਾਉਣਾ ਚਾਹਣਗੇ, ਜੋ ਉਹ ਮੇਰੇ ਤੋਂ ਕੰਪੇਨ ਕਰਾਉਣਾ ਚਾਹਣਗੇ, ਜੋ ਮੇਰੀ ਡਿਊਟੀ ਲਾਉਣਗੇ, ਮੈਂ ਉਸ ਲਈ ਹਰ ਵੇਲੇ ਤਿਆਰ ਹਾਂ। ਪਰ ਉਹ ਕੈਪਟਨ ਅਮਰਿੰਦਰ ਸਿੰਘ ਤੇ ਰਾਹੁਲ ਗਾਂਧੀ, ਸੋਨੀਆ ਗਾਂਧੀ ਜੀ, ਉਹ ਲੀਡਰਸ਼ਿਪ ਉਹ ਫੈਸਲਾ ਕਰੇਗੀ ਤੇ ਮੈਂ ਉਸ ਫੈਸਲੇ ਨੂੰ ਹਮੇਸ਼ਾ ਫੁੱਲ ਚੜਾਉਣ ਲਈ ਤਿਆਰ ਖੜਾ। ਰਵਨੀਤ ਬਿੱਟੂ ਆਪਣੇ ਆਪ ਨੂੰ ਕਿਸ ਫੇਜ਼ ਦੇ ਵਿੱਚ ਦੇਖਣਾ ਚਾਹੁੰਦਾ ਵਾ? ਮੈਂਬਰ ਪਾਰਲੀਮੈਂਟ ਦੇ ਤੌਰ ਤੇ ਪਾਰਟੀ ਦੀ ਨੁਮਾਇੰਦਗੀ ਲੋਕ ਸਭਾ ਵਿੱਚ ਦੇ ਤੌਰ ਤੇ ਕਰਨਾ ਚਾਹੁੰਦਾ ਜਾਂ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਸਿੱਧੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ? ਦੇਖੋ, ਮੇਰੇ ਕੋਲ ਇਸ ਵੇਲੇ ਜ਼ਿੰਮੇਵਾਰੀ ਆ ਜਿਹੜੀ ਉਹ ਬੜੀ ਅਹਿਮ ਜ਼ਿੰਮੇਵਾਰੀ ਆ ਪਾਰਲੀਮੈਂਟ ਦੇ ਵਿੱਚ। ਤੇ ਮੈਂ ਸਮਝਦਾ ਹਜੇ ਟਰਮ ਵੀ ਜਿਹੜੀ ਆ ਉਹ ਅੱਧੀ ਤੋਂ ਵੱਧ ਆ ਜਿਹੜੀ ਉਹ ਹਜੇ ਪਈ ਆ। ਤੇ ਜਿਹੜੀ ਲੋਕ ਜ਼ਿੰਮੇਵਾਰੀ ਦੇਣ ਉਹਨੂੰ ਵਿੱਚ ਵਿਚਾਲੇ ਛੱਡਣਾ ਵੀ ਮੈਂ ਸਮਝਦਾ, ਜੇ ਮੇਤੋਂ ਪੁੱਛੋਂ ਗੱਲ ਅਸਲੀ, ਤਾਂ ਮੈਂ ਨਹੀਂ ਚਾਹੂੰਗਾ ਜੋ ਮੈਂ ਹੁਣ 3 ਵਾਰ ਮੈਂਬਰ ਪਾਰਲੀਮੈਂਟ
ਉੱਥੇ ਬਣਿਆ ਤੇ ਆਹ ਐਡੀ ਵੱਡੀ ਜ਼ਿੰਮੇਵਾਰੀ ਬਣੀ ਆ। ਤੇ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਪੰਜਾਬ ਨਾਲੋਂ ਦਿੱਲੀ 'ਚ ਜ਼ਿਆਦਾ ਖੁਸ਼ ਹਾਂ ਜਾਂ ਉਰੇ ਵੱਧ ਖੁਸ਼ ਹਾਂ, ਇਹ ਨਹੀਂ ਗੱਲ ਇਹ ਆ ਵੀ ਮੈਨੂੰ ਲੱਗਦਾ ਹਜੇ ਥੋੜ੍ਹਾ ਚਿਰ ਹੋਰ ਆ ਜਿਹੜਾ ਉਹ ਕੇਂਦਰ ਦੀ ਤੇ ਦਿੱਲੀ ਦੀ ਜਿਹੜੀ ਰਾਜਨੀਤੀ 'ਚ ਉਹ ਲਾਉਣਾ ਜ਼ਰੂਰੀ ਆ। ਕਾਂਗਰਸ ਪਾਰਟੀ ਨੂੰ ਉੱਥੇ ਵੀ ਇਸ ਵੇਲੇ, ਕਿਉਂਕਿ ਜਿਹੜੇ ਸਾਡੇ ਪਾਰਟੀ ਦੇ ਇਸ ਵੇਲੇ ਹਾਲਾਤ ਨੇ, ਉਹ ਬੜਾ ਕੰਮ ਕਰਨ ਦੀ ਲੋੜ ਆ ਦੇਸ਼ ਲੈਵਲ ਤੇ ਮੈਨੂੰ ਲੱਗਦਾ ਵੀ ਕੁਛ ਚਿਰ ਹਜੇ ਕੰਮ ਆ ਜਿਹੜਾ ਉਹ ਪਾਰਟੀ ਦਾ ਜਿਹੜਾ ਦਿੱਲੀ ਆ ਹਾਈ ਕਮਾਂਡ ਦਾ, ਜਿਹੜੀ ਮੈਂ ਸਮਝਦਾ ਕਿਤੇ ਨਾ ਕਿਤੇ ਜੋ ਉਹਨਾਂ ਦੀ ਸੋਚ ਆ, ਉਹ ਹਜੇ ਥੋੜ੍ਹਾ ਟਾਈਮ ਆ ਜਿਹੜਾ ਉਹ ਦਿੱਲੀ ਹੀ ਲਾਉਣਾ ਪਊਗਾ। ਠੀਕ ਆ, ਉਰੇ ਤਾਂ ਜਿਹੜਾ ਕੰਮ ਆ ਉਹ ਕਰੀ ਜਾਣਾ ਹੈ, ਪਿਛਲੀ ਵਾਰ ਵੀ ਕੀਤਾ ਸੀ ਤੇ ਇਸ ਵਾਰ ਵੀ ਵੱਧ ਤੋਂ ਵੱਧ ਜਿਹੜੀ ਜ਼ਿੰਮੇਵਾਰੀ ਲੱਗੇਗੀ ਉਹ ਕਰਾਂਗੇ। ਪਰ ਪੰਜਾਬ ਦੇ ਵਿੱਚ ਮੈਂ ਸਮਝਦਾ ਬੜੀ ਵੱਡੀ ਲੀਡਰਸ਼ਿਪ ਆ ਜਿਹੜੀ ਉਹ ਹੈਗੀ ਆ ਹਜੇ, ਤੇ ਇਸ ਵੇਲੇ ਜਿਹੜੇ ਉੱਥੇ ਜਿਹੜੀ ਸਾਡੀ ਤਾਕਤ ਆ ਪਾਰਲੀਮੈਂਟ 'ਚ, ਉਹ ਵੀ ਬਹੁਤ ਵੱਡੀ ਜ਼ਰੂਰਤ ਆ, ਬਹੁਤ ਵੱਡੀ ਲੋੜ ਆ, ਕਿਉਂਕਿ ਪਹਿਲਾਂ ਹੀ ਸਾਡੇ ਕੋਲ ਨੰਬਰ ਬੜੇ ਘੱਟ ਨੇ। ਬਹੁਤ ਔਖਾ ਹੁੰਦਾ ਹੈ ਜਦੋਂ ਹਰ ਗੱਲ ਤੇ ਮੁੱਦੇ ਤੇ ਜੇ ਤਕੜੇ ਹੁੰਦੇ ਤਾਂ ਆ ਕਿਸਾਨ ਬਿੱਲ ਹੀ ਪਾਸ ਹੋ ਜਾਂਦੇ। ਉੱਥੇ ਸਾਡੇ ਕੋਲ ਮਨੋਰਿਟੀ ਇੰਨੀ ਅਸੀਂ ਘੱਟ ਨੰਬਰ 'ਚ ਵੀ ਇਹ ਬਲਡੋਜ਼ ਕਰਕੇ ਤਾਨਾਸ਼ਾਹ ਰਵੱਈਏ ਨਾਲ ਖਿੱਚ ਕੇ ਲੈ ਜਾਂਦੇ ਹਰ ਬਿੱਲ, ਤੇ ਇਸ ਕਰਕੇ ਉੱਥੇ ਥੋੜ੍ਹਾ ਹੋਰ ਮਜ਼ਬੂਤ ਹੋ ਜਾਈਏ, ਫਿਰ ਪੰਜਾਬ ਵੀ ਆਵਾਂਗੇ। ਸਰਕਾਰ ਜੀ ਆਪ ਕਾਂਗਰਸ ਪਾਰਟੀ ਚਾਹਵੇਗੀ ਤਾਂ ਪੰਜਾਬ ਦੀ ਸੇਵਾ ਕਰੋਗੇ? ਮੈਂ ਕਿਹਾ ਜੀ ਉਹ ਤਾਂ ਬਿਲਕੁਲ, ਜੇ ਕਾਂਗਰਸ ਪਾਰਟੀ ਤੋਂ ਉੱਤੇ, ਜਿਵੇਂ ਮੈਂ ਪਿਛਲੀ ਵਾਰ ਜਲਾਲਾਬਾਦ ਭੇਜਤਾ ਸੀ ਇਲੈਕਸ਼ਨ, ਫਿਰ ਲੜਨੀ ਪਈ ਨਾ, ਚਾਹੇ MP ਲੁਧਿਆਣੇ ਸੀ ਤੇ ਉਹ ਫਿਰੋਜ਼ਪੁਰ ਜਾ ਕੇ ਜਿਹੜੇ ਜ਼ਿਲ੍ਹੇ 'ਚ ਇਲੈਕਸ਼ਨ ਲੜਨੀ ਪਈ। ਤੇ ਇਸ ਵਾਰੀ ਵੀ ਕੀ ਪਤਾ ਕਿੱਥੇ ਡਿਊਟੀ ਲਾਉਣਗੇ। ਇਹ ਮੈਨੂੰ ਯਾਦ ਆ ਉਦੋਂ ਵੀ ਮੈਨੂੰ ਰਾਹੁਲ ਗਾਂਧੀ ਹੁਣਾਂ ਨੇ ਹੁਕਮ ਕੀਤਾ ਵੀ ਜਾ ਕੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਨਾਲ ਗੱਲ ਕਰੋ, ਤੇ ਉਹ ਜਦ ਹੀ ਪਤਾ ਲੱਗਿਆ ਵੀ ਜਦੋਂ ਕਹਿੰਦੇ ਜੀ ਵੀ ਤੁਸੀਂ ਜਲਾਲਾਬਾਦ ਇਲੈਕਸ਼ਨ ਲੜੋ। ਤੇ ਇਸ ਵਾਰ ਵੀ ਜਿੱਥੇ ਇਲੈਕਸ਼ਨ ਕਦੇ ਜਿਹੜਾ ਸਿਪਾਹੀ ਆ, ਉਹ ਵੀ ਜਿਹੜਾ ਹਾਈ ਕਮਾਂਡ ਦਾ ਆਰਡਰ ਹੋਵੇ, ਉਹ ਕਦੇ ਸਿਪਾਹੀ ਵੀ ਇਹ ਕਹਿੰਦਾ ਹੁੰਦਾ ਜਾਂ ਕੁਐਸਚਨ ਕਰਦਾ ਹੁੰਦਾ, ਉਹ ਤਾਂ ਤਿਆਰ ਹੁੰਦਾ। ਫੌਜੀ ਤਾਂ ਹਰ ਵੇਲੇ ਲੜਾਈ 'ਚ ਜਾਣ ਨੂੰ, ਜੰਗ 'ਚ ਜਾਣ ਨੂੰ ਤਿਆਰ ਆ ਪਾਰਟੀ ਦੇ ਲਈ, ਕਦੇ ਵੀ ਪਿੱਛੇ ਨਹੀਂ ਹਟਦੇ, ਚਾਹੇ ਉਹ ਸਟੇਟ ਇਲੈਕਸ਼ਨ ਹੋਵੇ, ਚਾਹੇ ਉਹ ਹੋਰ ਕਿਤੇ ਕੋਈ ਇਲੈਕਸ਼ਨ ਹੋਵੇ। ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ, ਲਗਾਤਾਰ ਤੁਸੀਂ ਵੀ ਦਿੱਲੀ ਦੇ ਵਿੱਚ ਬੈਠ ਕੇ ਜੰਤਰ ਮੰਤਰ ਤੇ ਧਰਨਾ ਦੇ ਰਹੇ ਹੋ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਕਰ ਰਹੇ ਹੋ, ਪਰ ਦੂਜੇ ਪਾਸੇ ਸਿੱਧੇ ਕਿਸਾਨ ਨੇਤਾਵਾਂ ਦੇ ਉੱਤੇ ਵੀ ਵੱਡੇ ਬਿਆਨ ਤੁਹਾਡੇ ਵੱਲੋਂ ਜਾਰੀ ਹੁੰਦੇ ਰਹੇ ਨੇ ਕਿ ਕਿਸਾਨ ਅੰਦੋਲਨ ਦੇ ਵੱਡੇ ਨੇਤਾ ਜਿਹੜੇ ਨੇ ਰਾਜਨੀਤੀ ਦਾ ਸ਼ਿਕਾਰ ਹੋ ਰਹੇ ਨੇ। ਨਹੀਂ, ਉਹ ਤਾਂ ਮੈਂ ਤਾਂ ਦੇਖੋ ਕਦੇ ਵੀ ਕੋਈ ਗੱਲ ਲੁਕੋ ਕੇ ਨਹੀਂ ਕਹੀ। ਜੋ ਮੇਰੇ ਮਨ 'ਚ ਹੁੰਦੀ ਆ, ਜੋ ਮੈਨੂੰ ਪਤਾ ਲੱਗਦਾ ਫੀਡਬੈਕ, ਮੈਂ ਉਹ ਤੁਹਾਡੇ ਮੂਹਰੇ ਹਮੇਸ਼ਾ ਖੁੱਲ੍ਹ ਕੇ ਗੱਲ ਕੀਤੀ ਆ। ਤੇ ਮੈਨੂੰ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੈ ਵੀ ਕੁਛ, ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਉਹ 'ਚ ਮੈਂ ਹਮੇਸ਼ਾ ਅਗਰਾਹਾਂ ਸਾਹਿਬ ਵਰਗੇ ਲੀਡਰਾਂ ਦੀ, ਹੋਰ ਬੜੇ ਨੇ ਜਿਨ੍ਹਾਂ ਦੀ ਮੈਂ ਹਮੇਸ਼ਾ, ਚਾਹੇ ਮੈਂ ਕਦੇ ਮਿਲਿਆ ਵੀ ਨਹੀਂ, ਚਾਹੇ ਮੇਰੀ ਕਦੇ ਗੱਲ ਵੀ ਨਹੀਂ ਹੋਈ, ਮੈਂ ਉਹ ਲੋਕ ਸਿਆਸਤ ਤੋਂ ਕੋਹਾਂ ਭਰੇ ਨੇ, ਉਹਨਾਂ ਨੇ ਕਦੇ ਇਹ ਇੰਟਰਸਟ ਹੀ ਨਹੀਂ ਦਿਖਾਇਆ ਵੀ ਅਸੀਂ ਪੋਲੀਟਿਕਸ ਦੇ ਵਿੱਚ ਹਾਂ ਜਾਂ ਕਦੇ ਨਹੀਂ ਆ। ਪਰ ਦੂਜੇ ਪਾਸੇ ਕੁਛ ਲੋਕ ਹੈਗੇ ਆ ਜਿਨ੍ਹਾਂ ਨੇ ਪਿਛਲੀ ਵਾਰ ਆਮ ਆਦਮੀ ਪਾਰਟੀ ਦੀ ਮਦਦ ਕੀਤੀ ਸੀ, ਉਦੋਂ ਪਹਿਲਾਂ ਅਕਾਲੀ ਦਲ ਦੀ ਮਦਦ ਕਰਦੇ ਰਹੇ ਆ। ਉਹ ਕਿਤੇ ਨਾ ਕਿਤੇ ਚਾਹੁੰਦੇ ਆ ਵੀ ਹੁਣ ਗੱਲਬਾਤ ਦਾ ਰਾਹ ਹੈ ਜਿਹੜਾ ਉਹ ਬੰਦ ਹੀ ਰਹੇ ਤੇ ਇਹ ਐਜੀਟੇਸ਼ਨ ਲੰਬਾ ਚੱਲਦਾ ਰਹੇ। ਹੋਰ 6 ਮਹੀਨੇ ਨੂੰ ਇਲੈਕਸ਼ਨ ਆ ਜਾਣੀ ਹੈ ਪੰਜਾਬ 'ਚ, ਤੇ ਫਿਰ ਕਿਤੇ ਨਾ ਕਿਤੇ ਆਮ ਆਦਮੀ ਨਾਲ ਰਲ ਕੇ ਜਾਂ ਕੋਈ ਹੋਰ ਚੌਥਾ ਫਰੰਟ ਜਿਹੜਾ ਬਣਦਾ ਜਾਂ ਫਿਰਦਾ ਕਿਤੇ, ਉਹਦੇ ਨਾਲ ਇਲੈਕਸ਼ਨਾਂ ਦੇ ਵਿੱਚ ਜ਼ਰੂਰ ਕੁੱਦੀਏ। ਇਹ ਮਨਸ਼ਾ ਉਹਨਾਂ ਦੀ ਹੈਗੀ ਆ, ਪਰ ਉਦੋਂ ਪਹਿਲਾਂ ਜ਼ਰੂਰ ਆਉਣ। ਉਹ 'ਚ ਕਿਸੇ ਨੂੰ ਉਰੇ ਆਜ਼ਾਦੀ ਆ, ਹਰ ਬੰਦਾ ਇਲੈਕਸ਼ਨ ਲੜ ਸਕਦਾ ਹੈ, ਕਿਉਂ ਨਾ ਲੜੇ, ਕਿਉਂ ਨਾ ਪੋਲੀਟਿਕਸ ਕਰੇ, ਤੇ ਉਹ ਮਦਦ ਵੀ ਇੱਕ ਦੂਜੇ ਦੀ ਕਰਨਗੇ ਜਿਨ੍ਹਾਂ ਦਾ ਉਹਨਾਂ ਨੂੰ ਠੀਕ ਲੱਗੇਗਾ। ਪਰ ਉਦੋਂ ਪਹਿਲਾਂ ਮੇਰੀ ਬੇਨਤੀ ਆ, ਸਾਰੇ ਇਕੱਠੇ ਹੋ ਕੇ 350 ਦੇ ਉੱਤੇ ਸਾਡਾ ਕਿਸਾਨ ਸ਼ਹੀਦ ਹੋ ਗਿਆ। ਮੈਨੂੰ ਪਤਾ, ਅਸੀਂ ਬੈਠੇ ਆ ਮੈਂ ਤੁਸੀਂ ਦੇਖ ਲਓ, ਉਦੋਂ ਬਾਅਦ ਅੱਜ ਲੁਧਿਆਣੇ ਆਇਆ, ਸਭ ਕੁਝ ਛੱਡੀ ਬੈਠੇ ਆ ਕਰੋਨਾ ਹੋ ਗਿਆ ਤਾਂ ਮੈਂ ਇੱਕ ਦਿਨ ਚੰਡੀਗੜ੍ਹ, ਤੇ ਉਦੋਂ ਬਾਅਦ ਠੀਕ ਹੋ ਕੇ ਮੈਂ ਤੁਹਾਡੇ ਕੋਲ ਆਇਆ। ਅੱਜ ਵੀ ਔਜਲਾ ਸਾਹਿਬ ਉੱਥੇ ਬੈਠੇ ਆ, ਤੇ ਉਦੋਂ ਦੇ ਸੜਕ ਤੇ ਬੈਠੇ ਆ। ਸਾਨੂੰ ਪਤਾ ਵੀ ਕਿਸ ਤਕਲੀਫ 'ਚ ਉਹ ਕਿਸਾਨ ਨੇ, ਜਿਹੜੇ ਕਦੇ ਝੁੱਗੀਆਂ ਨੂੰ ਅੱਗ ਲੱਗ ਜਾਂਦੀ ਆ, ਕਦੇ ਕੁਛ ਬਣਾ ਕੇ ਜਾਂਦੇ ਆ, ਕਦੇ ਕੁਛ ਕਰਦੇ ਆ, ਉਹ ਕਿਸ ਔਖਿਆਈ ਨਾਲ ਉੱਥੇ ਬੈਠੇ ਆ, ਆਪਾਂ ਇਹ ਸਮਝੀਏ। ਪਰ ਜਿਹੜੇ ਲੀਡਰ ਨੇ ਉਹਨਾਂ ਨੂੰ ਇਸ ਵੇਲੇ, ਜਦੋਂ ਰਾਜੇਵਾਲ ਸਾਹਿਬ ਕਹਿੰਦੇ ਆ ਵੀ ਮੈਂ ਪਹਿਲਾਂ ਹਰ 6 ਮਹੀਨੇ ਬਾਅਦ ਸਾਰੇ ਪਾਰਟੀਆਂ ਨੂੰ ਸੱਦਦਾ ਸੀ, ਮੈਂ ਸੁਖਬੀਰ ਸਿੰਘ ਬਾਦਲ ਨੂੰ ਸਲਾਹ ਦਿੱਤੀ ਵੀ ਬੀਬੀ ਨੂੰ ਅਸਤੀਫਾ ਦਵਾ ਦੇਣਾ ਚਾਹੀਦਾ, ਮੈਂ NDA 'ਚੋਂ ਬਾਹਰ ਕਰਨ ਦੀ ਸਲਾਹ ਦਿੱਤੀ। ਤੇ ਜਦੋਂ ਐਂ ਜਾਖੜ ਸਾਹਿਬ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਐ, ਐਂ ਭੂੰਦੜ ਸਾਹਿਬ ਨਾਲ ਹੁੰਦੀ, ਇਸ ਵਾਰ ਫੇਰ ਕਰ ਲੈਣ, ਇੱਕ ਵਾਰ ਸਾਰਿਆਂ ਨੂੰ ਫੇਰ ਇਕੱਠੇ ਕਰਕੇ ਵੀ ਜੇ ਭਾਈ ਮਾੜਾ ਮੋਟਾ ਵੀ ਤੁਸੀਂ ਕਿਸਾਨਾਂ ਦੇ ਹੱਕ 'ਚੋਂ ਸਾਰੇ ਪ੍ਰਧਾਨ, ਮੁੱਖ ਮੰਤਰੀ ਸਮੇਤ ਵੀ ਚਲੋ ਆਓ ਚੱਲੀਏ,
ਬੈਠੀਏ ਪ੍ਰਧਾਨ ਮੰਤਰੀ ਦੇ ਦਰਵਾਜ਼ੇ ਦੇ ਮੂਹਰੇ ਤੇ ਚਲੋ ਸਾਰੇ। ਇਸ ਕਰਕੇ ਕਿਉਂਕਿ ਨਹੀਂ, ਮੋਦੀ ਦੇ ਟਸ ਤੇ ਮਸ ਨਹੀਂ ਹੋ ਰਿਹਾ। ਉਹਦਾ ਮੌਜ ਨਾਲ ਰੈਲੀਆਂ ਕਰਦਾ ਫਿਰਦਾ, ਮੌਜ ਨਾਲ ਆਪਣਾ ਕੰਮ ਕਰਦਾ ਫਿਰਦਾ, ਕਦੇ ਕਿਤੇ ਜਾਂਦਾ ਬੰਗਲਾਦੇਸ਼ ਜਾਂਦਾ, ਕਦੇ ਕਿਤੇ ਜਾਂਦਾ, ਉਹਨੂੰ ਤਾਂ ਯਾਦ ਚੇਤੇ ਨਹੀਂ ਗੇ ਕਿਸਾਨ। ਤੇ ਫਿਰ ਆਪਾਂ ਐ ਭੁੱਖੇ ਧਿਆਏ ਕਾਹਦੇ ਲਈ? ਕਿੰਨਾ ਚਿਰ ਐ ਬੈਠੇ ਰਵਾਂਗੇ? ਮੈਨੂੰ ਇਹ ਤਾਂ ਦੱਸੋ। ਕੋਈ ਤਾਂ ਅੱਗੇ ਮੂਵ ਚੱਲਣਾ ਪੈਣਾ ਹੈ, ਕੋਈ ਤਾਂ ਅੱਗੇ ਗੱਲ ਕਰਨੀ ਪੈਣੀ ਆ। ਨਹੀਂ ਐਂ ਕਹਿ ਕੇ ਜੀ ਅਸੀਂ ਤਾਂ ਬੈਠੇ ਹਾਂ, ਫਿਰ ਬੈਠੇ ਰਹੋ। ਐਂ ਬੈਠਣ ਦਾ ਕੀ ਫਾਇਦਾ? ਇਸ ਕਰਕੇ ਮੈਨੂੰ ਇਸ ਗੱਲ ਦੀ ਬੜੀ ਤਕਲੀਫ ਆ ਵੀ ਸਾਡੇ ਮਾਵਾਂ, ਸਾਡੇ ਬੱਚੇ ਉਹ ਯਾਰ ਸੜਕ ਤੇ ਬਿਠਾਏ ਹੋਣ। ਅਸੀਂ ਲੀਡਰ ਹਾਂ? ਜੇ ਮੇਰੇ ਲੋਕ ਕੋਈ ਗੱਲ ਨੂੰ, ਮੈਂ ਪਹਿਲਾਂ ਐਸਐਸਪੀ ਦੇ ਜਾਂ ਡੀਸੀ ਦੇ ਜਾਂ ਸੀਐਮ ਦੇ ਮੂਹਰੇ ਮੈਂ ਨਾ ਬੈਠਾਂ, ਘਰ ਦੇ ਜਾ ਕੇ ਮੂਹਰੇ ਮੈਂ ਕਹਾਂ ਲੋਕੋ ਤੁਸੀਂ ਚਲੋ, ਮੈਂ ਬੈਠਾ ਲੁਧਿਆਣੇ। ਤੇ ਲੀਡਰ ਉਹ ਹੁੰਦਾ ਹੈ ਜਿਹੜਾ ਆਪ ਕੁਰਬਾਨੀ ਦੇ, ਆਪ ਪਹਿਲਾਂ ਉੱਥੇ ਜਾ ਕੇ ਬੈਠੋ ਵੀ ਅਸੀਂ ਆ ਭੁੱਖੇ ਧਿਆਣੇ ਬੈਠੇ ਹਾਂ ਭਾਈ, ਅੰਨ ਨੂੰ ਮੂੰਹ ਨਹੀਂ ਲਾਉਂਦੇ, ਆ ਬੈਠੇ ਆ ਮੋਦੀ ਤੇਰੇ ਘਰ ਦੇ ਮੂਹਰੇ, ਘਰ ਬਿੱਲ ਨਾ ਭੱਜਿਆ ਫਿਰਨ, ਸਾਰੇ ਬਿਫਤਾ ਪੈ ਜੇ ਇਹਨਾਂ ਦੀ। ਰੈਲੀਆਂ ਕਰਨਾ, ਭਾਸ਼ਣ ਕਰਨਾ, ਉਹ ਤਾਂ ਕਰੀ ਜਾਓ। ਉਹੀ ਚੈਨਲ ਨੇ, ਉਹੀ ਪੰਜਾਬ ਦੇ ਲੋਕ ਨੇ, ਉਹਨਾਂ ਨੂੰ ਰੋਜ਼ ਸੁਣਾ ਦਿੰਦੇ ਹੋ। ਅੱਜ ਕਹੀ ਗੱਲ ਐਡੀ ਤਕੜੀ ਵੀ ਅੱਜ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਅੱਜ ਦੂਜੇ ਨੇ ਕਹੀ ਵੀ ਮੋਦੀ ਨੂੰ ਬੱਖੀਆਂ ਤੋੜਦੀਆਂ, ਨਾ ਉਹਨੂੰ ਪੰਜਾਬੀ ਸਮਝ ਆਉਂਦੀ ਆ, ਨਾ ਉਹ ਤੁਹਾਡੇ ਚੈਨਲ ਦੇਖਦਾ ਜਿੱਥੋਂ ਤੁਸੀਂ ਕਹੀ ਜਾਂਦੇ ਹੋ। ਤੇ ਉਹਦੀ ਸਿਹਤ ਤੇ ਕੀ ਅਸਰ ਆ? ਮੈਨੂੰ ਇਹ ਤਾਂ ਦੱਸੋ। ਇੱਕ ਸੜਕ ਆ, ਉਹ ਵੀ ਤੁਸੀਂ ਪਰਿਓਂ ਬੰਦ ਕੀਤੀ ਹੋਈ, ਬਾਕੀ ਸਭ ਚੱਲੀ ਜਾਂਦੇ ਆ। ਇਸ ਕਰਕੇ ਆਪਾਂ ਕੋਈ ਰਣਨੀਤੀ ਬਦਲੀਏ। ਨਾ ਉਹਨੂੰ ਪੰਜਾਬੀ ਸਮਝ ਆਉਂਦੀ ਆ, ਨਾ ਉਹਨੂੰ ਉਹ ਚੈਨਲ ਦੇਖਦਾ, ਨਾ ਉਹ ਸੋਸ਼ਲ ਮੀਡੀਆ ਜਿਹੜਾ ਆਪਣਾ ਉਹਦੇ ਕੋਲ ਜਾਂਦਾ ਏ। ਇਸ ਕਰਕੇ ਉਹਨੂੰ ਥੋੜ੍ਹਾ ਜਗਾਉਣਾ ਪੈਣਾ। ਉਹਦੇ ਚੁੰਡੀ ਜਿੰਨਾ ਚਿਰ ਨਹੀਂ ਵੱਢਾਂਗੇ ਨਾ, ਮੋਟੀ ਚੁੰਡੀ, ਤੇ ਉਹਨੇ ਜਾਗਣਾ ਨਹੀਂ ਉਹਨਾਂ ਚਿਰ। ਰਾਜੇਵਾਲ ਸਾਹਿਬ ਦਾ ਤੁਸੀਂ ਨਾਮ ਲਿੱਤਾ ਕਿ ਰਾਜੇਵਾਲ ਸਾਹਿਬ ਆਪ ਦਾ ਚਿਹਰਾ ਹੋ ਸਕਦੇ ਨੇ, ਉਹਨਾਂ ਤੋਂ ਇਲਾਵਾ ਹੋਰ ਵੀ ਕੋਈ ਨੇਤਾ ਨੇ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਲੱਗਦੇ ਨੇ ਕਿ ਪੰਜਾਬ ਦੀ 2022 ਇਲੈਕਸ਼ਨਾਂ ਦੇ ਵਿੱਚ ਜਿਹੜਾ ਇਲੈਕਸ਼ਨ ਲੜ ਸਕਦੇ ਨੇ? ਉਹ ਫੇਰ ਗੁੱਸਾ ਕਰ ਜਾਂਦੇ ਆ, ਉਹ ਮਾਂ ਪਿਓ ਤੱਕ ਪਹੁੰਚ ਜਾਂਦੇ ਨੇ। ਕਾਹਨੂੰ ਤੁਸੀਂ ਰਾਜੇਵਾਲ ਸਾਹਿਬ ਦਾ ਛੇੜਾ ਛੇੜਦੇ ਹੋ? ਉਹ ਤਾਂ ਮੈਂ ਉਹਨਾਂ ਨੂੰ ਕਿਹਾ ਸੀ, ਉਹ ਭਾਈ ਉਹ ਤਾਂ 36 ਸਾਲ ਹੋ ਗਏ ਮੇਰੇ ਪਿਤਾ ਜੀ ਦੀ ਤਾਂ ਡੈਥ ਹੋਈ ਨੂੰ। ਇਸ ਕਰਕੇ ਉਹ ਬਜ਼ੁਰਗ ਗੁੱਸਾ ਕਰ ਜਾਂਦੇ ਆ। ਅਸੀਂ ਤਾਂ ਭਲਾ ਹੀ ਸੋਚਦੇ ਹਾਂ। ਤੇ ਆਮ ਆਦਮੀ ਨੂੰ ਦੇਖੋ, ਤੁਸੀਂ ਗੱਲ ਛੇੜ ਲਈ ਹਟਦੇ ਨਹੀਂ ਤੁਸੀਂ ਵੀ। ਹੁਣ ਜਿਹੜਾ ਇਹ ਕੀ ਨਾਮ ਇਹਦਾ, ਕੇਜਰੀਵਾਲ, ਇਹ ਆ ਕੇ ਪੰਜਾਬ 'ਚ ਵੀ ਰੈਲੀ ਕਰਦਾ, ਇਹ ਹਰਿਆਣੇ 'ਚ ਵੀ ਕਰਦਾ। ਤੇ ਉਹ ਕਹਿੰਦਾ ਮੈਂ ਵਾਈਫਾਈ ਫ੍ਰੀ ਦਿੰਦਾ ਜੀ, ਮੈਂ ਪਾਣੀ ਦਿੰਦਾ, ਮੈਂ ਬਾਥਰੂਮ ਦਿੰਦਾ, ਟੋਇਲਟ ਦਿੰਦਾ। ਬਾਕੀ ਪੋਲੀਟੀਕਲ ਪਾਰਟੀਆਂ ਨੂੰ ਤਾਂ ਇਹ ਕਹਿੰਦੇ ਆ ਬਿਲਕੁਲ ਨਹੀਂ, ਤੁਸੀਂ ਸਾਡੇ ਨਾਂ ਤੇ ਇਹ ਸਿਆਸਤ ਕਰਦੇ ਹੋ। ਜੇ ਸਿਰਸਾ ਕਰਦਾ ਏ, ਹਜੇ ਕੀ ਸਿਰਸੇ ਨੂੰ ਮੈਂ ਪਾਰਟੀ ਤੋਂ ਬਾਹਰ ਹੋ ਕੇ, ਮੈਂ ਸਿਰਸੇ ਦੇ 100% ਮੈਂ ਉਹਦੇ ਇਸ ਗੱਲ 'ਚ ਉਹਦਾ ਧੰਨਵਾਦੀ ਹਾਂ ਵੀ ਜਿੰਨੇ ਮੁੰਡੇ ਉਹਨੇ ਛੁਡਾਏ। ਮੈਂ ਵੀ ਦਿੱਲੀ 'ਚ ਉੱਥੇ ਹੀ ਬੈਠਾ ਹਾਂ। ਜਿੰਨੇ ਉਹ ਵਕੀਲ ਲੈ ਕੇ ਪੇਸ਼ ਹੋਇਆ 12 ਵਜੇ 1 ਵਜੇ, ਉਹਨੂੰ ਪੁੱਛੇ ਰਾਜੇਵਾਲ ਸਾਹਿਬ ਨੂੰ, ਜਿਹੜੇ ਮੁੰਡੇ ਛੁਡਾ ਕੇ ਆ ਤਰਨ ਪਿੰਡ ਗਿਆ ਸੀ ਜਿਹਦੇ ਲੈ ਕੇ, ਉਹ ਵੜਨ ਦੇਣ ਦੇ ਸਿਰਸੇ ਨੂੰ? ਜੇ ਉਹ ਛੁਡਾ ਕੇ ਨਾ ਲਿਆਇਆ ਹੁੰਦਾ, ਉਹ ਗੱਡੀ 'ਚ ਬਹਿ ਕੇ ਉਹਦੀ ਚਲੇ ਜਾਂਦਾ। ਉੱਥੇ ਭੰਗੜੇ ਪਾਉਂਦੇ ਜਦੋਂ ਗਏ ਨੇ ਛੁਡਾ ਕੇ। ਤੇ ਇੱਕ ਵੀ ਉਹਨੇ ਚੈਲੰਜ ਕਰਤਾ ਵੀ ਇੱਕ ਵੀ ਵਕੀਲ ਕਹਿ ਦੇਵੇ ਭਾਈ ਵੀ ਮੈਂ ਜਿਹੜੇ ਮੁੰਡੇ ਛੁਡਾਏ ਆ, ਮੈਂ ਛੁਡਵਾਏ ਆ, ਇਹ 'ਚ ਸਿਰਸੇ ਦਾ ਕੋਈ ਰੋਲ ਨਹੀਂ। ਇੱਕ ਵੀ ਮੁੰਡਾ ਕਹਿ ਦੇਵੇ ਵੀ ਭਾਈ ਇਹਦੇ ਵਿੱਚ ਸਿਰਸਾ ਸਾਹਿਬ ਦਾ ਕੋਈ ਰੋਲ ਨਹੀਂ ਗਾ, ਇਹ ਤਾਂ ਅਸੀਂ ਕਿਸਾਨਾਂ ਨੇ ਛੁਡਾਏ ਆ। ਤੇ ਇਸ ਕਰਕੇ ਉਹ ਤਾਂ ਹਰੇਕ ਦੇ ਮਗਰ ਪੈ ਜਾਂਦੇ ਆ, ਹਰੇਕ ਨੂੰ ਕਹਿਣ ਲੱਗ ਜਾਂਦੇ ਆ ਮਾੜਾ ਚੰਗਾ। ਤਾਂ ਮੈਂ ਕਹਿੰਦਾ ਸੀ ਵੀ ਉਹ ਨਹੀਂ, ਉਹਨਾਂ ਨੂੰ ਕੀ ਪੋਲੀਟੀਕਲ, ਜੇ ਸਿਰਸੇ ਨੂੰ ਕਹਿ ਸਕਦੇ ਆ, ਮੈਨੂੰ ਕਹਿ ਸਕਦੇ ਆ, ਤੇ ਫਿਰ ਉਹ ਕੇਜਰੀਵਾਲ ਨੂੰ ਉਹਨਾਂ ਨੇ ਕਿਉਂ ਅੱਜ ਤੱਕ ਕੰਡੈਮ ਨਹੀਂ ਕੀਤਾ ਵੀ ਤੂੰ ਭਾਈ ਕਿਸਾਨਾਂ ਦੇ ਨਾਂ ਤੇ, ਵਾਈਫਾਈ ਦੇ ਨਾਂ ਤੇ, ਜਾਂ ਇਹ ਕਹਿ ਕੇ ਵੀ ਦਿੱਲੀ ਦੇ ਮੈਂ ਜੀ ਸਟੇਡੀਅਮ ਨਹੀਂ ਦਿੱਤੇ, ਉਹ ਫਾਇਦਾ ਲੈ ਰਿਹਾ। ਮੈਂ ਤਾਂ ਇਹ ਗੱਲ ਤਾਂ ਕੀਤੀ ਸੀ ਵੀ ਇਹ ਤੋਂ ਗੱਲ ਸਾਫ਼ ਹੁੰਦੀ ਆ ਵੀ ਕਿਤੇ ਨਾ ਕਿਤੇ ਇਹ ਭਾਈਬੰਦੀ ਨਾਲ ਕੰਮ ਚੱਲ ਰਿਹਾ। ਆਉਣ ਵਾਲੇ ਦਿਨਾਂ 'ਚ ਇਹ ਤੁਹਾਡੇ ਮੂਹਰੇ ਜਿਹੜਾ ਹੈ ਉਹ ਸਾਬਤ ਹੋ ਜਾਏਗਾ। ਜੀ ਬਿਲਕੁਲ, ਅਸੀਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ, ਜਿਨ੍ਹਾਂ ਦਾ ਸਿੱਧਾ ਕਹਿਣਾ ਹੈ ਕਿ SIT ਦੇ ਉੱਤੇ ਜੋ ਮਾਨਯੋਗ ਹਾਈ ਕੋਰਟ ਵੱਲੋਂ ਆਦੇਸ਼ ਦਿੱਤੇ ਗਏ ਨੇ, ਉਹਦੇ ਤੇ ਸਰਕਾਰ ਦੀ ਕਿਤੇ ਨਾ ਕਿਤੇ ਕਮੀ ਜ਼ਰੂਰ ਰਹੀ ਹੈ ਤੇ ਸਰਕਾਰ ਨੂੰ ਚਾਹੀਦਾ ਕਿ ਇਸ ਦੇ ਉੱਤੇ ਆਪਣੀ ਕਾਰਗੁਜ਼ਾਰੀ ਠੀਕ ਕਰਨ, ਤਾਂ ਹੀ 2022 ਦੇ ਵਿੱਚ ਸਰਕਾਰ ਦੀ ਕਿਸ਼ਤੀ ਇੱਕ ਵਾਰ ਫਿਰ ਪਾਰ ਲੱਗੇਗੀ, ਲੋਕਾਂ ਦੇ ਵਿਚਕਾਰ ਕਾਂਗਰਸ ਪਾਰਟੀ ਜਾਣ ਵਾਲੀ ਬਣ ਸਕਦੀ ਹੈ। ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਵੱਲੋਂ ਲਗਾਤਾਰ ਕੀਤੇ ਜਾ ਰਹੇ ਟਵੀਟ ਅਤੇ ਪ੍ਰੈਸ ਕਾਨਫਰੰਸਾਂ ਦੇ ਉੱਤੇ ਕਹਿਣਾ ਕਿ ਨਵਜੋਤ ਸਿੰਘ ਸਿੱਧੂ ਦਾ ਲੱਗਦਾ ਹੁਣ ਕਾਂਗਰਸ ਦੇ ਵਿੱਚ ਦਿਨ ਥੋੜ੍ਹੇ ਰਹਿ ਗਏ ਨੇ ਤੇ ਹੁਣ ਤੀਜੇ ਧਿਰ ਦੇ ਵਿੱਚ ਜਾਣ ਦੀਆਂ ਤਿਆਰੀਆਂ ਕਰ ਰਹੇ ਨੇ। ਜਿਸ ਤਰ੍ਹਾਂ ਦੇ ਉਹਨਾਂ ਵੱਲੋਂ ਬਿਆਨ ਅਤੇ ਟਵੀਟ ਕੀਤੇ ਜਾ ਰਹੇ ਨੇ, ਉਹ ਇਹ ਸਭ ਕੁਝ ਦਰਸਾਉਂਦੇ ਨਜ਼ਰ ਆ ਰਹੇ ਨੇ।
ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕਟਾ, ਦੈਨਿਕ ਸਵੇਰਾ ਟੀਵੀ ਲੁਧਿਆਣਾ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648। पंडित राधे शर्मा, चमत्कार हुंदे वेखो अपनी अखां दे सामने। 24 घंटे विच पाओ हर परेशानी दा हल। मुसलमानी, रूहानी ते काले इलम दे बादशाह, मेरे कीते नूं मेरे तो इलावा कोई कट नहीं सकदा। मोड़ी वशीकरण करवाओ, मनचाहा प्यार पाओ, लव मैरिज, सौतन दुश्मन तो छुटकारा, तलाक केस, जमीनी झगड़ा, नौकरी, कारोबार च रुकावट, विदेश यात्रा, लॉटरी तो धन मिलेगा जां नहीं, सच्चाई जानो। लॉटरी नंबर पाओ 649 होवे जां लोटो मैक्स, तुहाडी हर गल 100% गुप्त रखी जावेगी। प्यार विच धोखा खाए प्रेमी प्रेमिका एक बार जरूर मिलो, मैं तुहाडा प्यार टुटन नहीं देवांगा। मोबाइल 98 768 045 80 85 588 38 617।